कोई डिजीज मैं तो कहूँगा कि आम डॉक्टर ਨੂੰ ਸਮਝ ਨਹੀਂ ਆਉਂਦੀ ਉਹਨੂੰ ਆਟੋਇਮਿਊਨ ਡਿਜ਼ੀਜ਼ ਕਿਹਾ ਜੋੜ ਦਿੰਦੇ ਆਟੋ ਇਮਿਊਨ ਮਤਲਬ ਕਿ ਜਿਹੜੀ ਸਾਡੀ ਇਮਿਊਨਿਟੀ ਆ ਉਹ ਆਟੋ ਆਪਦੇ ਆਪੇ ਸਾਡੇ ਬਾਡੀ ਦੇ ਖਿਲਾਫ ਕੰਮ ਕਰਨਾ ਸ਼ੁਰੂ ਕਰ ਦੇਵੇ ਉਹ ਡਿਜ਼ੀਜ਼ ਜਿਹੜੀਆਂ ਨੇ ਅਸੀਂ ਉਹਨਾਂ ਨੂੰ ਆਟੋ ਇਮਿਊਨ ਡਿਜ਼ੀਜ਼ ਵਿੱਚ ਲੈਂਦੇ ਜਿਹੜੇ ਕਹਿੰਦੇ ਨੇ ਕਿ ਲੋਕ ਆਟੋਇਮਿਊਨ ਡਿਜ਼ੀਜ਼ ਠੀਕ ਨਹੀਂ ਹੁੰਦੀਆਂ ਮੈਂ ਤੁਹਾਨੂੰ ਆਪਦੇ ਸੈਕੰਡ ਪੇਸ਼ੈਂਟ ਦਿਖਾ ਸਕਦਾ ਅਸੀਂ ਪੰਚਕਰਮਾ ਦੀ ਹੈਲਪ ਲੈ ਕੇ ਬੋਡੀ ਨੂੰ ਵਿਧੀਵਤ ਤਰੀਕੇ ਨਾਲ ਡਿਟੌਕਸ ਕਰਦੇ ਹਾਂ ਔਰ ਉਸ ਤੋਂ ਬਾਅਦ ਉਹਦਾ ਪ੍ਰੋਪਰ ਟ੍ਰੀਟਮੈਂਟ ਕਰਦੇ ਹਾਂ 5-4 ਮਹੀਨੇ ਦਵਾਈ ਖਵਾ ਕੇ ਉਸ ਤੋਂ ਬਾਅਦ ਦਵਾਈ ਟੇਪਰ ਕਰਨੀ ਸ਼ੁਰੂ ਕਰ ਦਿੰਦੇ ਹਾਂ ਮੇਰੇ ਖਿਆਲ ਨਾਲ ਵੀ 6 ਤੋਂ 7 ਮਹੀਨੇ ਵਿੱਚ ਜਿਹੜੀ ਦਵਾਈ ਹੈ ਉਹ ਬੰਦ ਕਰ ਦਿੰਦੇ ਹਾਂ ਔਰ ਪੇਸ਼ੈਂਟ ਬਿਲਕੁਲ ਤੰਦਰੁਸਤ ਹੋ ਜਾਂਦਾ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਅੱਜ ਹੈਲਥ ਟਾਕ ਦੇ ਵਿੱਚ ਅਸੀਂ ਖਾਸ ਤੌਰ ਦੇ ਉੱਤੇ ਗੱਲ ਕਰਨ ਵਾਲੇ ਹਾਂ ਆਟੋ ਇਮਿਊਨ ਡਿਸੀਜ਼ ਬਾਰੇ, ਯਾਨੀ ਕਿ ਆਟੋ ਇਮਿਊਨ ਜਿਹੜਾ ਰੋਗ ਹੁੰਦਾ ਉਹ ਕੀ ਹੁੰਦਾ, ਉਸ ਦੇ ਵਿੱਚ ਕਿਸ ਤਰੀਕੇ ਦੇ ਖਤਰੇ ਹੁੰਦੇ ਨੇ ਤੇ ਕਿਸ ਤਰੀਕੇ ਦੇ ਨਾਲ ਆਯੁਰਵੇਦ ਦੀ ਮਦਦ ਦੇ ਨਾਲ ਤੁਸੀਂ ਉਸ ਦਾ ਇਲਾਜ ਕਰ ਸਕਦੇ ਹੋ। ਸੋ ਇਸ ਗੱਲਬਾਤ ਦੇ ਲਈ ਅੱਜ ਅਸੀਂ ਖਾਸ ਤੌਰ ਦੇ ਉੱਤੇ ਪਹੁੰਚੇ ਹਾਂ ਚੰਡੀਗੜ੍ਹ ਆਯੁਰਵੇਦ ਐਂਡ ਪੰਚਕਰਮਾ ਸੈਂਟਰ ਤੇ ਸਾਡੇ ਨਾਲ ਚੰਡੀਗੜ੍ਹ ਆਯੁਰਵੇਦ ਪੰਚਕਰਮਾ ਸੈਂਟਰ ਦੇ MD ਅਤੇ ਸਟੇਟ ਅਵਾਰਡੀ ਵੈਦ ਜਗਜੀਤ ਸਿੰਘ ਜੀ ਇੱਥੇ ਮੌਜੂਦ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਡੇ ਸੈਂਟਰ ਤੇ ਆਏ ਹੋ ਜੀ। ਤੁਹਾਡਾ ਤਾਂ ਮੈਂ ਸਵਾਗਤ ਕਰਨਾ ਚਾਹਾਂਗਾ ਕਿ ਤੁਸੀਂ ਉਚੇਚੇ ਤੌਰ ਤੇ ਸੈਂਟਰ ਤੇ ਮੇਰੀ ਵੀ ਇੱਛਾ ਸੀਗਾ ਵੀ ਥੋੜਾ ਦਰਸ਼ਕਾਂ ਨੂੰ ਪਤਾ ਵੀ ਲੱਗੇ ਜਿਹੜੀ ਸਾਡੀ OPD ਹੈ ਜਾਂ ਸਾਡੀ ਜਿਹੜਾ ਸੰਸਥਾਨ ਕਿਸ ਤਰ੍ਹਾਂ ਦਾ ਹੈਗਾ। ਬਿਲਕੁਲ ਅਸੀਂ ਆਏ ਹਾਂ ਇਸ ਲਈ ਕਿ ਅਸੀਂ ਅੱਜ ਦਰਸ਼ਕਾਂ ਨੂੰ ਟ੍ਰੀਟਮੈਂਟ ਤੇ ਦੱਸਾਂਗੇ ਹੀ ਆਯੁਰਵੇਦ ਕਿਸ ਤਰੀਕੇ ਦੇ ਨਾਲ ਆਟੋ ਇਮਿਊਨ ਦੇ ਵਿੱਚ ਜਿਹੜਾ ਅਸਰਦਾਰ ਹੈ, ਉਸ ਦੇ ਨਾਲ ਨਾਲ ਅਸੀਂ ਦਿਖਾਵਾਂਗੇ ਕਿ ਪੰਚਕਰਮਾ ਦੀ ਪ੍ਰਕਿਰਿਆ ਵੀ ਕਿਵੇਂ ਹੁੰਦੀ ਹੈ ਔਰ ਕਿਵੇਂ ਇੱਥੇ ਆਯੁਰਵੇਦ ਦਾ ਜਿਹੜਾ ਇਲਾਜ ਹੈਗਾ ਉਹ ਚੱਲਦਾ। ਸੋ ਵੈਦ ਸਾਹਿਬ, ਸਭ ਤੋਂ ਪਹਿਲੀ ਗੱਲ ਕਿ ਆਟੋ ਇਮਿਊਨ ਡਿਸੀਜ਼ ਜਿਹੜੀ ਹੈਗੀ ਹੈ ਉਸ ਦੇ ਬਾਰੇ ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ, ਅਸੀਂ ਉਹ ਵੀ ਦੱਸਾਂਗੇ ਕਿ ਕੀ ਹੁੰਦੀ ਹੈ। ਪਰ ਮੈਂ ਸੁਣਿਆ ਕਿ ਇਹਦੇ ਵਿੱਚ ਖਤਰਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਇੱਕ ਵਿਅਕਤੀ ਨੂੰ ਵੱਧ ਜਾਂਦਾ ਹੈ ਔਰ ਪਤਾ ਵੀ ਨਹੀਂ ਚੱਲਦਾ ਕਿ ਕਦੋਂ ਹੋ ਗਈ। ਇਹ ਬਿਲਕੁਲ ਉਸ ਤਰੀਕੇ ਦੇ ਨਾਲ ਹੈ ਕਿ ਜੇ ਪਾਣੀ ਦੇ ਨਾਲ ਇੱਕ ਅੱਗ ਨੂੰ ਬੁਝਾਇਆ ਜਾਂਦਾ ਹੈ ਤੇ ਜੇ ਪਾਣੀ ਉਹ ਅੱਗ ਲਾਉਣ ਵਾਲਾ ਬਣ ਜੇ ਤਾਂ ਫਿਰ ਤਾਂ ਉਸ ਤੋਂ ਕਿਵੇਂ ਬਚਿਆ ਜਾਵੇ। ਬਿਲਕੁਲ ਤੁਸੀਂ ਠੀਕ ਕਿਹਾ ਸ਼ੇਖਰ ਜੀ। ਆਟੋ ਇਮਿਊਨ ਮਤਲਬ ਕਿ ਸਾਡੀ ਬਾਡੀ ਦਾ ਇਮਿਊਨ ਸਿਸਟਮ ਜਦੋਂ ਸਾਡੀ ਬਾਡੀ ਦੇ ਖਿਲਾਫ ਕੰਮ ਕਰਨ ਲੱਗ ਜੇ, ਜਿਵੇਂ ਤੁਸੀਂ ਕਿਹਾ ਨਾ, ਜੇ ਪਾਣੀ ਨੂੰ ਅੱਗ ਨੂੰ ਲਾਉਣ ਲੱਗ ਜਾਵੇ ਬੁਝਾਉਣ ਦੀ ਬਜਾਏ, ਸਾਡੀ ਬਾਡੀ ਨੂੰ ਸਿਹਤਯਾਬ ਰੱਖਣ ਵਾਸਤੇ ਇੱਕ ਇਮਿਊਨ ਸਿਸਟਮ ਪਰਮਾਤਮਾ ਨੇ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਸਾਡੇ ਅੰਦਰ ਕਿੰਨੇ ਸਿਸਟਮ ਚੱਲਦੇ ਨੇ ਉਹ ਤਾਂ ਹੀ ਠੀਕ ਚੱਲਦੇ ਨੇ ਜਦੋਂ ਸਾਡੀ ਇੱਕ ਜਿਹੜੀ ਨੈਚੁਰਲ ਇਮਿਊਨਿਟੀ ਸਾਨੂੰ ਪਰਮਾਤਮਾ ਵੱਲੋਂ ਮਿਲੀ ਹੈ ਉਹ ਕਾਇਮ ਰਹਿੰਦੀ ਹੈ ਜਾਂ ਉਹ ਟਾਈਮ ਟੂ ਟਾਈਮ ਇਨਹਾਂਸ ਹੁੰਦੀ ਰਹਿੰਦੀ ਹੈ। ਜਦੋਂ ਸਾਡੀ ਉਹ ਇਮਿਊਨਿਟੀ ਡਾਊਨ ਹੋਣ ਲੱਗਦੀ ਹੈ ਜਾਂ ਉਸ ਇਮਿਊਨਿਟੀ ਦੇ ਘਟਣ ਦੇ ਕਰਕੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਰੋਗ ਨੇਗੇ ਉਹ ਲੱਗਣੇ ਸ਼ੁਰੂ ਹੋ ਜਾਂਦੇ ਨੇ ਜੀ। ਆਟੋ ਇਮਿਊਨ ਮਤਲਬ ਕਿ ਜਿਹੜੀ ਸਾਡੀ ਇਮਿਊਨਿਟੀ ਹੈ ਉਹ ਆਟੋ ਆਪਦੇ ਆਪੇ ਸਾਡੇ ਬਾਡੀ ਦੇ ਖਿਲਾਫ ਕੰਮ ਕਰਨਾ ਸ਼ੁਰੂ ਕਰ ਦੇਵੇ ਉਹ ਡਿਜ਼ੀਜ਼ ਜਿਹੜੀਆਂ ਨੇ ਅਸੀਂ ਉਹਨਾਂ ਨੂੰ ਆਟੋ ਇਮਿਊਨ ਡਿਜ਼ੀਜ਼ ਵਿੱਚ ਲੈਂਦੇ ਹਾਂ। ਹੁਣ ਇਹਦੀ ਸਭ ਤੋਂ ਜਿਹੜਾ ਮਾੜਾ ਪੱਖ ਹੈਗਾ ਜਿਹੜਾ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜੀ, ਜਿਵੇਂ ਤੁਸੀਂ ਵੀ ਕਿਹਾ ਨਾ ਵੀ ਬਹੁਤ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਜਿਹੜੀ ਕਿ ਜਲਦੀ ਠੀਕ ਨਹੀਂ ਹੁੰਦੀਆਂ। ਬਹੁਤ ਸਾਰੇ ਡਾਕਟਰ ਇਹਦੇ ਵਿੱਚ ਜ਼ਿਆਦਾ ਡਰਾਉਂਦੇ ਨੇ ਕਿਉਂਕਿ ਜਿਹੜੀ ਕੋਈ ਬਿਮਾਰੀ ਠੀਕ ਨਹੀਂ ਹੁੰਦੀ ਡਾਕਟਰ ਨੂੰ ਆਟੋਇਮਿਊਨ ਡਿਜ਼ੀਜ਼ ਕਹਿ ਦਿੰਦੇ ਨੇ। ਅੱਛਾ ਜੀ। ਅਲਸਰੇਟਿਵ ਕੋਲਾਈਟਿਸ ਤੋਂ ਲੈ ਕੇ SLE ਤੋਂ ਲੈ ਕੇ AVN ਤੋਂ ਲੈ ਕੇ ਜਾਂ ਜਿਹੜੀ ਕੋਈ ਡਿਜ਼ੀਜ਼ ਮੈਂ ਤਾਂ ਇਹ ਕਹੂੰਗਾ ਕਿ ਆਮ ਡਾਕਟਰ ਨੂੰ ਸਮਝ ਨਹੀਂ ਆਉਂਦੀ ਉਹਨੂੰ ਆਟੋਇਮਿਊਨ ਡਿਜ਼ੀਜ਼ ਜੋੜ ਦਿੰਦੇ ਔਰ ਫਿਰ ਉਹਦਾ ਹੱਲ ਕੋਈ ਹੱਲ ਨਹੀਂ, ਪੇਨ ਕਿਲਰ ਖਾ ਲਓ, ਜ਼ਿਆਦਾ ਪ੍ਰੋਬਲਮ ਹੈ ਪ੍ਰੈਡਨਿਸੋਲੋਨ, ਇਸ ਤਰ੍ਹਾਂ ਦੀਆਂ ਲਾਈਫ ਸੇਵਿੰਗ ਡਰੱਗਸ ਦੇ ਉੱਪਰ ਡਿਪੈਂਡ ਕਰਨ ਲਾਉਂਦੇ ਨੇ ਪੇਸ਼ੈਂਟ ਨੂੰ ਜੀ ਕਿ ਸਾਨੂੰ ਵੀ ਠੀਕ ਕਰਨਾ ਔਖਾ ਹੋ ਜਾਂਦਾ ਕਿਉਂਕਿ ਇੱਕ ਲੈਵਲ ਹੈ। ਅਗਰ ਪੇਸ਼ੈਂਟ ਕੋਈ ਵੀ ਆਟੋ ਇਮਿਊਨ ਡਿਜ਼ੀਜ਼ ਨਾਲ ਪੀੜਿਤ ਹੈ, ਜੇ ਉਹ ਸਾਡੇ ਕੋਲ ਸਟਾਰਟਿੰਗ 'ਚ ਆ ਜਾਂਦਾ ਹੈ ਤਾਂ ਅਸੀਂ ਉਹਨੂੰ ਬਹੁਤ ਜਲਦੀ ਥੋੜ੍ਹੀਆਂ ਬਹੁਤੀਆਂ ਦਵਾਈਆਂ ਜਾਂ ਪੰਚਕਰਮਾ ਸਿਸਟਮ ਦੇ ਨਾਲ ਠੀਕ ਕਰ ਦਿੰਦੇ ਹਾਂ। ਲੇਕਿਨ ਜਦੋਂ ਪੇਸ਼ੈਂਟ ਲਾਈਫ ਸੇਵਿੰਗ ਡਰੱਗਸ ਖਾ ਕੇ ਇੰਨੀਆਂ ਸਟਰੋਂਗ ਦਵਾਈਆਂ ਖਾ ਕੇ ਸਾਡੇ ਕੋਲ ਆਉਂਦਾ ਹੈਗਾ ਤਾਂ ਸਾਨੂੰ ਬੜਾ ਮੁਸ਼ਕਿਲ, ਨੋ ਡਾਊਟ ਕਿ ਆਯੁਰਵੇਦ ਦੇ ਵਿੱਚ ਬੜੀ ਸਟਰੈਂਥ ਹੈਗੀ। ਆਯੁਰਵੇਦ ਤਾਂ ਹੈ ਹੀ ਪੂਰਾ ਗਿਆਨ ਭੰਡਾਰ ਹੈ ਪੂਰਾ ਸਾਡੀ ਕਾਇਆ ਨੂੰ ਠੀਕ ਕਰਨ ਦਾ ਜੀ। ਪਰ ਇਹ ਵੀ ਸਾਨੂੰ ਥੋੜ੍ਹਾ ਜਿਹਾ ਪੇਸ਼ੈਂਟ ਨੂੰ ਪੇਸ਼ੈਂਸ ਰੱਖਣ ਲਈ ਕਹਿਣਾ ਪੈਂਦਾ ਹੈ ਵੀ ਥੋੜ੍ਹਾ ਆਰਾਮ ਨਾਲ ਪੇਸ਼ੈਂਸ ਰੱਖਿਓ, ਟਾਈਮ ਲੱਗੇਗਾ ਕਿਉਂਕਿ ਸਾਨੂੰ ਡਬਲ ਕੰਮ ਕਰਨਾ ਪੈਂਦਾ ਹੈ। ਇੱਕੋ ਟੌਕਸਿਕ ਦੇਖੋ ਜਿਹੜੀ ਪ੍ਰੈਡਨਿਸੋਲੋਨ ਜਾਂ ਬਾਈਸੋਲੋਨ ਜਿੰਨੀਆਂ ਵੀ ਲਾਈਫ ਸੇਵਿੰਗ ਡਰੱਗ ਸਟੀਰੋਇਡਸ ਨੇ ਨਾ ਜੀ, ਇਹ ਸਾਡੇ ਬਾਡੀ 'ਚ ਇਨਫਲਾਮੇਸ਼ਨ ਕਰ ਦਿੰਦੇ ਨੇ। ਸਾਡੇ ਜਿਹੜੇ ਅੰਦਰਲੇ ਔਰਗਨ ਨੇ ਜਿਹੜੇ ਨਹੀਂ ਵੀ ਇਫੈਕਟ ਹੋਏ ਹੁੰਦੇ ਉਹਨਾਂ ਦੇ ਵਿੱਚ ਵੀ ਇਹ ਇਨਫਲਾਮੇਸ਼ਨ ਪੈਦਾ ਕਰ ਦਿੰਦੇ ਨੇ।
ਉਹਨਾਂ ਟੌਕਸਿਕ ਨੂੰ ਬਾਹਰ ਕੱਢਣਾ ਔਰ ਫਿਰ ਬਾਡੀ ਨੂੰ ਇੱਕ ਨਾਰਮਲ ਬੈਲੈਂਸ ਕਰਕੇ ਲੈ ਕੇ ਆਉਣਾ ਜੀ, ਇਹ ਆਯੁਰਵੇਦ ਦੇ ਟ੍ਰੀਟਮੈਂਟ ਦਾ ਹਿੱਸਾ ਹੁੰਦਾ ਹੈਗਾ। ਓਕੇ। ਹੋਰ ਵੀ ਸਿੰਪਲ ਭਾਸ਼ਾ ਨਾਲ ਮੈਂ ਇਹ ਕਹਿ ਸਕਦਾ ਕਿ ਜਦੋਂ ਬਾਡੀ ਦੇ ਕਿਸੇ ਵੀ ਇਸ ਤਰ੍ਹਾਂ ਦਾ ਪਾਰਟ ਦੇ ਵਿੱਚ ਟੌਕਸਿਨ ਜਮ੍ਹਾਂ ਹੋਣ ਲੱਗ ਜਾਣ, ਉਹ ਐਜੈਕੂਲੇਟ ਨਾ ਹੋਣ, ਟੌਕਸਿਕ ਬਾਹਰ ਨਾ ਨਿਕਲਣ, ਉੱਥੇ ਜੋ ਵਿਸ਼ ਬਣਦਾ ਹੈ, ਉਹਦੇ ਵਿਸ਼ ਬਣਨ ਨਾਲ ਜੋ ਉਸ ਪਾਰਟ 'ਤੇ ਕੋਈ ਪ੍ਰੋਬਲਮ ਸ਼ੁਰੂ ਹੁੰਦੀ ਹੈ, ਉਹਨੂੰ ਅਸੀਂ ਆਟੋ ਇਮਿਊਨ ਡਿਜ਼ੀਜ਼ ਕਹਿ ਦਿੰਦੇ ਹਾਂ ਜੀ। ਮੈਨੂੰ ਇੰਨੇ ਸਾਲ ਹੋ ਗਏ ਪ੍ਰੈਕਟਿਸ ਕਰਦੇ ਨੂੰ, ਤੁਸੀਂ ਗੂਗਲ 'ਤੇ ਸਰਚ ਮਾਰ ਲਓ, ਤੁਸੀਂ ਵੈਸੇ ਵੀ ਦੇਖਿਆ ਹੋਣਾ ਵੀ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਨੇਗੀਆਂ, ਜਿਹੜੀਆਂ ਡਾਕਟਰਸ ਦੇ ਸਮਝ 'ਚ ਨਹੀਂ ਆਉਂਦੀਆਂ ਜਾਂ ਜਿਹੜੀਆਂ ਕਿ ਇਹਨਾਂ ਕੋਲ ਕੋਈ ਉਹਦੀ ਰੈਮਡੀ ਨਹੀਂ ਹੈ, ਉਹਨੂੰ ਆਟੋ ਇਮਿਊਨ ਡਿਜ਼ੀਜ਼ ਕਹਿ ਕੇ ਉਹਨੂੰ ਪ੍ਰੈਡਿਸਟੋਨ 'ਤੇ ਪੇਸ਼ੈਂਟ ਨੂੰ ਪਾ ਦਿੰਦੇ ਨੇ, ਜਦ ਕਿ ਆਯੁਰਵੇਦ ਦੇ ਮੁਤਾਬਕ ਇਹ ਗਲਤ ਥਿਊਰੀ ਹੈ। ਅੱਛਾ ਵੈਦ ਸਾਹਿਬ, ਆਟੋ ਇਮਿਊਨ ਡਿਜ਼ੀਜ਼ ਅਗਰ ਹੁੰਦੀ ਵੀ ਹੈ ਤਾਂ ਉਹ ਕਿੰਨੀ ਕੁ ਜਾਨਲੇਵਾ ਹੁੰਦੀ ਹੈ? ਜਾਨ ਨੂੰ ਕਿੰਨਾ ਖਤਰਾ ਹੁੰਦਾ ਕਿਸੇ ਪੇਸ਼ੈਂਟ ਦੀ? ਜਿਵੇਂ ਆਪਾਂ ਕਹਿ ਦਿੰਦੇ ਨਾ ਕਿਸੇ ਨੂੰ ਸਲੋ ਪੋਇਜ਼ਨ ਦੇ ਕੇ ਮਾਰਨ ਦਾ, ਜੀ, ਜਾਨ ਨੂੰ ਇਮੀਡੀਏਟਲੀ ਕੋਈ ਖਤਰਾ ਨਹੀਂ ਹੁੰਦੀ, ਪਰ ਸਲੋ ਪੋਇਜ਼ਨ ਟਾਈਪ, ਹੁਣ ਮੰਨ ਲਓ ਕਿਸੇ ਦੇ ਪੇਨ ਸ਼ੁਰੂ ਹੋ ਗਿਆ ਜਾਂ ਅਲਸਰੇਟਿਵ ਕੋਲਾਈਟਿਸ ਹੋ ਗਿਆ, ਅਲਸਰ ਬਣ ਗਏ ਆਂਤ ਵਿੱਚ, ਜੀ, ਆਂਤ ਵਿੱਚ ਪਹਿਲਾਂ ਪਾਣੀ ਆਉਣ ਲੱਗ ਗਿਆ, ਲੂਜ ਮੋਸ਼ਨ ਲੱਗਣ ਲੱਗ ਗਏ, ਖੂਨ ਆਉਣ ਲੱਗ ਗਿਆ, ਪਸ ਆਉਣ ਲੱਗ ਗਈ, ਹੌਲੀ 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 ਉਹ ਸਟੇਜ ਆ ਜਾਂਦੀ ਹੈ ਕਿ ਬੰਦਾ ਮਰਨ ਤੋਂ ਵੀ ਭੈੜੇ ਸਟੇਜ 'ਤੇ ਆ ਜਾਂਦਾ ਹੈ। ਮੇਰੇ ਅੱਜ ਹੀ ਤੁਹਾਨੂੰ ਮੈਂ ਅੱਜ ਦੀ ਇੱਕ ਤਾਜ਼ਾ ਐਗਜ਼ਾਮਪਲ ਦਿੰਦਾ। ਅੱਜ ਹੀ ਮੈਨੂੰ ਨਿਊਯਾਰਕ ਤੱਕ ਪੇਸ਼ੈਂਟ ਨੇ, ਆਪਦੇ ਮਦਰ ਦੇ ਮਾਊਥ ਦੇ ਅੰਦਰ ਅਲਸਰ ਟਾਈਪ ਬਣੇ ਹੋਏ ਨੇ। ਅੱਛਾ, ਉਹ ਫੰਗਸ ਹੈ, ਡਰਮੋਟਾਈਟਸ ਹੈ, ਕੀ ਹੈ, ਉਹ ਸਾਰਾ ਮੈਂ ਸਰਚ ਕਰ ਰਿਹਾ। ਪਰ ਉਹ ਆਯੁਰਵੇਦ ਦੇ ਵਿੱਚ ਸਿੰਪਲ ਜਿਹੜੀ ਹੈ ਨਾ ਟੌਕਸਿਕ ਜਮ੍ਹਾਂ ਹੋਏ ਨੇ, ਉਹ ਠੀਕ ਹੋ ਸਕਦੇ ਨੇ ਜੀ। ਪਰ ਮੈਨੂੰ ਜਦੋਂ ਪੇਸ਼ੈਂਟ ਨੇ ਫੋਟੋਗ੍ਰਾਫ ਭੇਜੀਆਂ ਤਾਂ ਉਹਨਾਂ ਨੇ ਦੱਸਿਆ ਕਿ ਜੀ ਇਹ ਸਾਨੂੰ ਡਾਕਟਰਸ ਨੇ ਇੱਥੇ ਆਟੋ ਇਮਿਊਨ ਡਿਜ਼ੀਜ਼ ਡਿਕਲੇਅਰ ਕੀਤੀ ਹੋਈ ਹੈ ਔਰ ਉਹਨੂੰ ਸਟੀਰੋਇਡ 'ਤੇ ਪਾਇਆ ਹੋਇਆ। ਅੱਛਾ, ਹੁਣ ਉਹਨਾਂ ਦੀ 57 56 ਦੇ ਕਰੀਬ ਏਜ ਹੈ, ਹਜੇ ਆਰਾਮ ਨਾਲ ਉਹਨਾਂ ਦੀ ਜਿਹੜੀ ਕੰਫਰਟੇਬਲ ਲਾਈਫ ਹੈ ਉਹ 85 90 95 ਤੱਕ ਜਾ ਸਕਦੀ ਹੈ। ਲੇਕਿਨ ਜਿਹੜੇ ਸਟੀਰੋਇਡ ਨੇਗੇ ਉਹ ਹੁਣ ਤਾਂ ਠੀਕ ਹੈ, ਉਹਨਾਂ ਨੂੰ ਸਪਰੈਸ ਕਰ ਦਿੰਦੇ ਹੋਣਗੇ ਉਹ ਅਲਸਰਸ ਨੂੰ, ਲੇਕਿਨ ਹੌਲੀ ਹੌਲੀ ਬਾਡੀ 'ਚ ਇਨਫਲੇਮੇਸ਼ਨ ਰਹਿਣੀ ਸ਼ੁਰੂ ਹੋ ਜਾਏਗੀ, ਉਹਦੇ ਸਾਈਡ ਇਫੈਕਟ ਆਉਣੇ ਸ਼ੁਰੂ ਹੋ ਜਾਣਗੇ। ਫਿਰ ਪੇਸ਼ੈਂਟ ਡਾਕਟਰ ਜਿਹੜੇ ਨੇਗੇ ਉਹਦੀ ਡੋਜ਼ ਹੋਰ ਵਧਾ ਦੇਣਗੇ ਔਰ ਇੱਕ ਸਟੇਜ ਇਹ ਆ ਜਾਏਗੀ 6 ਮਹੀਨੇ ਸਾਲ 2 ਸਾਲ ਦੇ ਵਿੱਚ ਕਿ ਉਹ ਸਟੀਰੋਇਡ ਵੀ ਅਸਰ ਕਰਨਾ ਬੰਦ ਕਰ ਦੇਣਗੇ। ਸੋ ਜਿੰਨੀਆਂ ਵੀ ਇਹ ਡਿਜ਼ੀਜ਼ ਨੇਗੀਆਂ, ਮੈਂ ਇਹ ਬੜੇ ਕੌਨਫੀਡੈਂਸ ਨਾਲ ਕਹਿਣਾ, ਅਸੀਂ ਬਹੁਤ ਲੋਕਾਂ ਨੂੰ ਠੀਕ ਕਰਦੇ ਹਾਂ ਜੀ। ਇਹ ਆਯੁਰਵੇਦ ਟ੍ਰੀਟਮੈਂਟ ਨਾਲ। ਜੇ ਤੁਸੀਂ ਆਯੁਰਵੇਦ ਡਾਕਟਰ ਦੇ ਕਿਤੇ ਵੀ ਰਹਿੰਦੇ ਹੋ ਵਰਲਡ ਦੇ ਵਿੱਚ, ਆਯੁਰਵੇਦ ਚਿਕਿਤਸਕ ਕੋਲ ਪਹੁੰਚ ਜਾਓਗੇ, ਤੁਸੀਂ ਸੇਫ ਹੱਥਾਂ 'ਚ ਹੋਵੋਗੇ ਜੀ। ਐਟਲੀਸਟ ਤੁਸੀਂ ਇਸ ਤਰ੍ਹਾਂ ਦੀ ਦਵਾਈਆਂ ਨਹੀਂ ਤੁਹਾਨੂੰ ਡਿਪੈਂਡ ਕਰ ਦੇਣਗੇ ਜਿਹੜੀਆਂ ਦਵਾਈਆਂ ਦੇ ਕੋਈ ਤੁਹਾਡੇ ਬਾਡੀ 'ਤੇ ਸਾਈਡ ਇਫੈਕਟ ਹੋਣ। ਇੱਕ ਹਾਂ ਪਲੀਜ਼ ਜੀ, ਮੈਂ ਸੋ ਸਿੰਪਲ ਭਾਸ਼ਾ ਦੇ ਵਿੱਚ ਜਦੋਂ ਤੁਹਾਡੀ ਆਪਣੀ ਇਮਿਊਨਿਟੀ ਤੁਹਾਨੂੰ ਨੁਕਸਾਨ ਪਹੁੰਚਾਉਣ ਲੱਗ ਜੇ, ਉਹ ਇੱਕ ਰੋਗ ਬਣ ਜਾਵੇ, ਇਹ ਆਟੋ ਇਮਿਊਨ ਡਿਜ਼ੀਜ਼ ਹੈ। ਅਤੇ ਕਿੰਨੀ ਤਰ੍ਹਾਂ ਦੀਆਂ ਜਿਹੜੀਆਂ ਦੂਜੀਆਂ ਬਿਮਾਰੀਆਂ ਨੇ ਉਹ ਜਿਹੜੀਆਂ ਜਲਦੀ ਪਕੜਦੀਆਂ ਨੇ, ਜਿਵੇਂ ਅਸੀਂ ਕੋਵਿਡ ਦੇ ਟਾਈਮ ਦੇ ਉੱਤੇ ਲੋਕਾਂ ਨੂੰ ਇਹ ਜ਼ਿਆਦਾ ਸਮਝ ਆਉਣ ਲੱਗ ਗਿਆ ਕਿ ਇਨਫੈਕਸ਼ਨ ਕੀ ਹੁੰਦਾ ਹੈ, ਵਾਇਰਸਿਸ ਕੀ ਹੁੰਦੇ ਨੇ, ਤਾਂ ਬਾਹਰੋਂ ਲੱਗਣ ਵਾਲੇ ਜਿਹੜੇ ਵਾਇਰਸਿਸ ਨੇ ਜਾਂ ਫਿਰ ਕਿੰਨਾ ਇੱਦਾਂ ਆਪਣੇ ਆਪ ਨੂੰ ਪ੍ਰੋਟੈਕਟ ਰੱਖਣਾ ਪੈਂਦਾ ਕਿ ਬਾਹਰੋਂ ਬਿਮਾਰੀਆਂ ਨਾ ਫੜਨ ਉਸ ਬੰਦੇ ਨੂੰ ਜਿਹਨੂੰ ਆਟੋ ਇਮਿਊਨ ਡਿਜ਼ੀਜ਼ ਹੈ। ਦੇਖੋ, ਤੁਸੀਂ ਕੋਵਿਡ ਦੀ ਗੱਲ ਕਰੀ ਹੈ ਜੀ, ਕੋਵਿਡ ਦੇ ਵਿੱਚ ਇਹੀ ਐਸਟੈਬਲਿਸ਼ ਹੋਇਆ ਨਾ ਵੀ ਜਿਸ ਬੰਦੇ ਦੀ ਇਮਿਊਨਿਟੀ ਡਾਊਨ ਸੀ ਜੀ, ਜਾਂ ਇਮਿਊਨਿਟੀ ਡਾਊਨ ਹੋ ਗਈ, ਉਹਨਾਂ ਨੂੰ ਕੋਵਿਡ ਹੋਇਆ ਜੀ। ਜ਼ਿਆਦਾ ਡੈਥ ਕਿਹਨਾਂ ਦੀ ਹੋਈਆਂ? ਜਿਨ੍ਹਾਂ ਨੂੰ ਸਟੀਰੋਇਡ ਲਾਈਫ ਸੇਵਿੰਗ ਡਰੱਗਸ ਦਿੱਤੀਆਂ ਗਈਆਂ, ਓਰਲੀ ਇੰਜੈਕਟੇਬਲ, ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਮੈਡੀਸਨ ਨੇ ਪੇਸ਼ੈਂਟ ਨੂੰ, ਜਿਹਨਾਂ ਨੂੰ ਕੋਈ ਸਿੰਪਲ ਇਨਫੈਕਸ਼ਨ, ਲੰਗਸ ਇਨਫੈਕਸ਼ਨ ਹੋਈ ਸੀ ਜਾਂ ਇਨਫੈਕਸ਼ਨ ਨੂੰ ਇੱਕ ਐਲਰਜੀ ਹੋਈ ਸੀ, ਜਿਹਨੂੰ ਆਪਾਂ ਐਲਰਜੀ ਕਫ ਕਹਿ ਦਈਏ, ਉਹਨਾਂ ਦੀਆਂ ਡੈਥ ਹੋਈਆਂ ਜੀ। ਇਹ ਜਿੰਨਾ ਵੀ ਲੋਕ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੋਏਗੀ, ਇਕੱਲਾ ਆਟੋ ਇਮਿਊਨ ਡਿਜ਼ੀਜ਼ ਹੀ ਨਹੀਂ, ਉਹਨਾਂ ਨੂੰ ਹੋਰ ਵੀ ਜਿਹੜੇ ਵਾਇਰਸ ਵੀ ਘੁੰਮਦੇ ਨੇ। ਜਿਵੇਂ ਹੁਣ ਤੁਸੀਂ ਇਹ ਦੇਖੋ, ਅੱਜ ਕੱਲ੍ਹ ਇੱਕ ਫਲੂ ਚੱਲਿਆ ਹੋਇਆ, ਰਿਤੂ ਸੰਧੀ ਹੈ, ਮੌਸਮ ਚੇਂਜ ਹੋ ਰਿਹਾਗਾ ਜੀ। ਹਰੇਕ ਨੂੰ ਥੋੜ੍ਹਾ ਫਲੂ ਹੋ ਰਿਹਾ, ਹਰੇਕ ਨੂੰ ਥੋੜ੍ਹਾ ਐਲਰਜੀ ਹੋ ਰਹੀ ਹੈ। ਉਹਨਾਂ ਨੂੰ ਹੀ ਹੋ ਰਿਹਾ ਜਿਹੜੇ ਕੱਪ ਪ੍ਰਕਿਰਤੀ ਲੈ ਕੇ ਪੈਦਾ ਹੋਏ ਨੇ, ਜੀ, ਜਿਹੜੇ ਜ਼ਿਆਦਾ ਥੋੜ੍ਹੀ ਗੱਲ ਦੇ ਉੱਪਰ ਹੈਫਾਜੈਟਲੀ ਬਹੁਤ ਐਂਟੀਬਾਇਓਟਿਕ ਖਾਂਦੇ ਰਹੇ ਨੇ, ਔਰ ਉਹਨਾਂ ਨੂੰ ਹੀ ਜ਼ਿਆਦਾ ਜਿਹੜੀਆਂ ਨੇਗੀਆਂ ਉਹ ਕਫ, ਕਿਉਂਕਿ ਸਾਡੇ ਮਾਈਕਰੋ ਚੈਨਲ ਵਿੱਚ ਜਮ੍ਹਾਂ ਹੋਇਆ ਰਹਿੰਦਾ ਹੈਗਾ ਜੀ, ਅਨਵਾਂਟਡ ਕਫ ਜਮ੍ਹਾਂ ਹੋਇਆ ਰਹਿੰਦਾ ਹੈਗਾ, ਇਹ ਉਹਨਾਂ ਨੂੰ ਹੀ ਜ਼ਿਆਦਾ ਜਿਹੜੇ ਵਾਇਰਸ ਹੈ ਜਾਂ ਇਨਫਲੂਐਂਜ਼ਾ ਹੈ ਜਾਂ ਜਿਹੜੇ ਵੀ ਹੁਣ ਤਰ੍ਹਾਂ ਦੇ ਚੱਲੇ ਹੋਏ ਨੇਗੇ, ਉਹਨਾਂ ਨੂੰ ਜ਼ਿਆਦਾ ਪਕੜਦਾ। ਔਰ ਫਿਰ ਅਸੀਂ ਗਲਤੀ ਕੀ ਕਰਦੇ ਹਾਂ? ਅਸੀਂ ਕਿਸੇ ਮੈਰਿਜ 'ਤੇ ਜਾਣਾ, ਅਸੀਂ ਕਿਸੇ ਫੰਕਸ਼ਨ 'ਤੇ ਜਾਣਾ,
ਅਸੀਂ ਕਿਸੇ ਜੌਬ ਤੇ ਜ਼ਰੂਰੀ ਜਾਣਾ ਹੈਗਾ, ਅਸੀਂ ਬਜਾਏ ਕਿ ਉਹਨੂੰ ਆਪਦੇ ਆਪ ਠੀਕ ਹੋਣ ਦੀ ਹੈ, ਆਪਦੀ ਇਮਿਊਨਿਟੀ ਨੂੰ ਇਨਹਾਂਸ ਕਰਨ ਦੇ ਵਾਸਤੇ ਅਸੀਂ ਕੋਈ ਸ਼ਹਿਦ ਬਦਾਮ ਰੋਗਨ ਨਹੀਂ ਖਾਂਦੇ ਜੀ, ਅਸੀਂ ਐਂਟੀ ਐਲਰਜਿਕ ਐਂਟੀਬਾਇਓਟਿਕ ਲੈਣਾ ਸ਼ੁਰੂ ਕਰ ਦਿੰਦੇ ਹਾਂ ਵੀ ਮੈਂ ਫਲਾਣੇ ਫੰਕਸ਼ਨ ਤੇ ਜਾਣਾ, ਮੇਰਾ ਫੰਕਸ਼ਨ। ਜਦ ਕਿ ਅਖਬਾਰਾਂ 'ਚ ਵੀ ਆ ਗਿਆ ਹੈ, ਡਾਕਟਰਸ ਵੀ ਬਾਰ-ਬਾਰ ਕਹਿੰਦੇ ਨੇਗੇ ਵੀ ਬਿਨਾਂ ਮਤਲਬ ਦੇ ਕੋਈ ਵੀ ਐਂਟੀਬਾਇਓਟਿਕ ਨਹੀਂ ਖਾਣਾ ਚਾਹੀਦਾ ਜੀ, ਜਾਂ ਐਂਟੀ ਐਲਰਜਿਕ ਸਟਰੋਂਗ ਲੈ ਕੇ ਸਾਨੂੰ ਇਹਨਾਂ ਦਵਾਈਆਂ ਨਾਲ ਆਪਦੇ ਆਪ ਨੂੰ ਇਹਨਾਂ ਪ੍ਰੋਬਲਮ ਨੂੰ ਸਪਰੈਸ ਨਹੀਂ ਕਰਨਾ ਚਾਹੀਦਾ। ਅੱਛਾ ਵੈਦ ਸਾਹਿਬ, ਇੱਕ ਚੀਜ਼ ਜਿਹੜੀ ਹੈ, ਇੱਕ ਪ੍ਰੋਬਲਮ ਇਦਾਂ ਦੀ ਜਿਹੜੀ ਕਿ ਬੜੀ ਜ਼ਿਆਦਾ ਸੁਣਨ ਨੂੰ ਮਿਲਦੀ ਹੈ ਤੇ ਜ਼ਿਆਦਾਤਰ ਹਸਪੀਟਲਸ ਦੇ ਵਿੱਚ ਡੈਥ ਹੀ ਹੋ ਜਾਂਦੀ ਹੈ ਪੇਸ਼ੈਂਟ ਦੀ, ਉਹ ਹੁੰਦੀ ਹੈ ਕਿ ਡਾਕਟਰਸ ਕਹਿੰਦੇ ਨੇ ਕਿ ਇਨਫੈਕਸ਼ਨ ਹੋ ਗਿਆ, ਔਰ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਦੇ ਬਾਵਜੂਦ ਵੀ ਠੀਕ ਨਹੀਂ ਹੋ ਪਾਉਂਦੇ। ਉਸ ਦੇ ਵਿੱਚ ਕਈ ਇੱਦਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਨੇ ਕਿ ਪੇਟ ਦੇ ਵਿੱਚ ਕੁਝ ਦਰਦ ਹੋਈ, ਇਨਫੈਕਸ਼ਨ ਆਇਆ ਤੇ ਕਈਆਂ ਦੇ ਪਸ ਵੀ ਹੁੰਦੀ ਹੈ, ਉਹ ਠੀਕ ਨਹੀਂ ਹੋ ਪਾਉਂਦੇ। ਕਿ ਉਹ ਵੀ ਆਟੋ ਇਮਿਊਨ ਡਿਜ਼ੀਜ਼ ਦੇ ਨਾਲ, ਕਿਉਂਕਿ ਤੁਸੀਂ ਕੁਝ ਸਿੰਪਟਮ ਦੱਸੇ ਸੀਗੇ ਜਿਹੜੇ ਕਿ ਥੋੜ੍ਹੇ ਮਿਲਦੇ ਜੁਲਦੇ ਲੱਗ ਰਹੇ ਸੀ, ਕਿ ਉਹ ਵੀ ਇਸੇ ਦਾ ਪਾਰਟ ਹੁੰਦੀ ਹੈ? ਬੜਾ ਤੁਸੀਂ ਨਾ ਰੈਲੇਵੈਂਟ ਕੁਐਸਚਨ ਪੁੱਛਿਆ, ਲੇਕਿਨ ਇਹਦੇ ਵਿੱਚ ਨਾ ਥੋੜ੍ਹਾ ਫਰਕ ਹੈਗਾ। ਅੱਛਾ ਜੀ। ਆਟੋ ਇਮਿਊਨ ਡਿਜ਼ੀਜ਼ ਤਾਂ ਬਹੁਤ ਲੰਬਾ ਚੱਲਦੀ ਹੈ, ਉਹਦੇ ਜਲਦੀ ਨਾਲ ਕੋਈ ਪਸ ਫਾਰਮੇਸ਼ਨ ਜਾਂ ਜਲਦੀ ਕੋਈ ਇਸ ਤਰ੍ਹਾਂ ਦੀ ਇਨਫੈਕਸ਼ਨ ਨਹੀਂ ਹੁੰਦੀ ਹੈ। ਠੀਕ ਹੈ। ਜਿਹੜੀਆਂ ਕੋਈ ਹਸਪੀਟਲਾਈਜ਼ ਹੋਏਗਾ ਕਿਸੇ ਵੀ ਬਿਮਾਰੀ ਦੇ ਨਾਲ, ਉਹਨੂੰ ਕੋਈ ਇਨਫੈਕਸ਼ਨ ਹੋ ਗਈ, ਪਸ ਫਾਰਮੇਸ਼ਨ ਹੋ ਗਈ, ਜ਼ਿਆਦਾ ਵੱਧ ਗਈ, ਉਹ ਕੋਈ ਨਾ ਕੋਈ ਹੋਰ ਪ੍ਰੋਬਲਮ ਹੋ ਸਕਦੀ ਹੈ। ਦੇਖੋ, ਜੇ ਤੁਸੀਂ ਪੂਰਾ ਡਾਟਾ ਕੱਢੋ ਜਾਂ ਐਨਾਲਿਸਿਸ ਕਰ ਲਓ, ਆਪਦੇ ਆਲੇ ਦੁਆਲੇ ਨਿਗਾਹ ਮਾਰ ਲਓ, ਜਿੰਨੇ ਵੀ ਵੈਸੇ ਤਾਂ ਕਹਿੰਦੇ ਵੀ ਉਹ ਜਦੋਂ ਟਾਈਮ ਆਇਆ ਹੁੰਦਾ ਬੰਦੇ ਨੇ ਉਦੋਂ ਜਾਣਾ ਹੈਗਾ ਜੀ, ਪਰ ਜ਼ਿਆਦਾਤਰ ਹਸਪੀਟਲ ਦੇ ਵਿੱਚ ਮਿਸ ਮੈਨੇਜਮੈਂਟ, ਮਿਸ ਜਿਹੜਾ ਡਾਇਗਨੋਜ਼ ਦੇ ਨਾਲ ਜ਼ਿਆਦਾ ਡੈਥਸ ਹੁੰਦੀਆਂ ਨੇ। ਕਿਉਂਕਿ ਕਈ ਜਗ੍ਹਾ ਅਸੀਂ ਇਸ ਤਰ੍ਹਾਂ ਦੇ ਹੱਥਾਂ ਵਿੱਚ ਪਹੁੰਚ ਜਾਂਦੇ ਹਾਂਗੇ ਕਿ ਉਹਨਾਂ ਦਾ ਇੱਕ ਰੂਟੀਨ ਜਾਂ ਇੱਕ ਪ੍ਰੋਟੋਕੋਲ ਬਣਿਆ ਹੁੰਦਾ ਹੈਗਾ। ਖਾਂਸੀ ਹੋ ਗਈ ਹੈ, ਇਹ ਨਹੀਂ ਦੇਖਣਾ ਵੀ ਇਹ ਸੌਰਕੋਡੋਸਿਸ ਹੈ, ਐਲਰਜਿਕ ਕਫ ਹੈ ਜਾਂ ਕਫ 'ਚ ਪ੍ਰਧਾਨ ਹੈ, ਉਹਨਾਂ ਦਾ ਡਾਇਗਨੋਜ਼ ਬਿਲਕੁਲ ਡਿਫਰੈਂਟ ਹੁੰਦਾ ਹੈਗਾ। ਫਿਰ ਉਹਨਾਂ ਦਾ ਡਾਇਗਨੋਜ਼ ਸਾਰਾ ਜਿਹੜਾ ਡਿਪੈਂਡ ਕਰਦਾ ਹੁੰਦਾ ਹੈਗਾ ਟੈਸਟਾਂ ਦੇ ਉੱਪਰ। ਐਕਸਰੇ ਕਰਾਉਂਦੇ ਨੇ, ਟੈਸਟ ਕਰਾਉਂਦੇ ਨੇਗੇ, ਹੈ ਨਾ ਜੀ। ਤਾਂ ਉਹਦੇ ਨਾਲ ਕੀ ਹੈ ਕਿ ਉਹ ਟੈਸਟ ਰਿਪੋਰਟ ਜਿਹੜੀਆਂ ਨੇਗੀਆਂ ਕਈ ਵਾਰ ਆਪਸ ਵਿੱਚ ਕੰਟਰਡਿਕਸ਼ਨ ਵੀ ਕਰਦੀਆਂ ਨੇ, ਉਹਨਾਂ 'ਚ ਕੋਈ ਐਰਰ ਵੀ ਹੋ ਸਕਦਾ ਹੈਗਾ। ਅਤੇ ਜਦੋਂ ਉਹ ਐਰਰ ਹੋਏਗਾ ਜਾਂ ਕੋਈ ਉੱਥੇ ਇਸ ਤਰ੍ਹਾਂ ਦੇ ਰਿਪੋਰਟ ਸਹੀ ਨਹੀਂ ਹੋਏਗੀ ਤਾਂ ਉਹ ਡਾਇਗਨੋਜ਼ ਗਲਤ ਵੀ ਹੋ ਸਕਦਾ, ਉੱਥੇ ਜਾ ਕੇ ਡੈਥ ਜਿਹੜੀ ਨੇ ਉਹ ਜ਼ਿਆਦਾ ਹੁੰਦੀਆਂ ਨੇਗੀਆਂ। ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਆਟੋਇਮਿਊਨ ਡਿਜ਼ੀਜ਼ ਕਰਕੇ ਹੀ ਕੋਈ ਡੈਥ ਹੁੰਦੀਆਂ ਨੇ। ਆਟੋਇਮਿਊਨ ਡਿਜ਼ੀਜ਼ ਤੁਹਾਨੂੰ ਦੱਸਣਾ ਕਿ ਜ਼ਿਆਦਾਤਰ ਬਹੁਤ ਲੰਬੀਆਂ ਚੱਲਦੀਆਂ ਨੇ। ਜੇ ਮੰਨ ਲਓ ਅਲਸਰੇਟਿਵ ਕੋਲਾਈਟਿਸ ਵੀ ਹੋ ਗਿਆ ਤਾਂ ਬਹੁਤ ਲੰਬਾ ਚੱਲਦਾ ਹੈਗਾ। ਪੇਸ਼ੈਂਟ ਨੂੰ ਪੂਰਾ ਟਾਈਮ ਮਿਲਦਾ ਵੀ ਤੁਸੀਂ ਆਪਦੀ ਠੀਕ ਸਿਹਤ ਨੂੰ ਦਾ ਧਿਆਨ ਰੱਖ ਸਕੋ। ਜਦੋਂ ਕੋਈ ਜ਼ਿਆਦਾ ਨਹੀਂ ਸਮਝਦਾ, ਦੇਖੋ ਇਹ ਬੜਾ ਕਲੀਅਰ ਹੈ। ਮੈਂ ਆਪਦੀ ਪ੍ਰੈਕਟਿਸ ਵੀ, ਤੁਸੀਂ ਵੀ ਆਪਦੇ ਆਲੇ ਦੁਆਲੇ ਦੇਖ ਲਓ, ਜਿੰਨੀਆਂ ਆਟੋਇਮਿਊਨ ਡਿਜ਼ੀਜ਼ ਨੇ ਡਾਕਟਰ ਸਾਹਿਬ ਹੱਥ ਖੜਾ ਕਰ ਦਿੰਦੇ ਨੇ ਜੀ। ਡਾਕਟਰ ਦਾ ਖੈਰ ਬਹੁਤ ਸਾਰੀਆਂ ਡਿਜ਼ੀਜ਼ ਵਿੱਚ ਵੀ ਹੱਥ ਖੜਾ ਕਰ ਦਿੰਦੇ ਨੇ। ਡਾਕਟਰ ਦਾ ਹੱਥ ਖੜੇ ਕੋਵਿਡ ਦੇ ਵਿੱਚ ਵੀ ਹੋ ਗਏ ਸੀਗੇ, ਹੈ ਨਾ ਜੀ। ਪਰਮਾਤਮਾ ਨਾ ਕਰੇ ਕੋਈ ਇਸ ਤਰ੍ਹਾਂ ਦਾ ਐਪੀਡੈਮਿਕ ਫਿਰ ਆਵੇ। ਲੇਕਿਨ ਇਹ ਜਦ ਤੱਕ ਅਸੀਂ ਆਯੁਰਵੇਦ ਦੇ ਸਿਧਾਂਤਾਂ ਤੋਂ ਪਰੇ ਜਾਂਦੇ ਹਾਂ, ਆਯੁਰਵੇਦ ਦੇ ਵਿੱਚ ਕਿਉਂ ਇਹ ਸਮਝਾਇਆ ਗਿਆ ਵੀ ਹਰੇਕ ਲਾਈਫ ਸਪੈਨ 'ਤੇ ਚਾਹੇ ਤੁਸੀਂ ਸਿਹਤਯਾਬ ਹੋ, ਸਵਸਥ ਹੋ, ਲੇਕਿਨ ਤੁਸੀਂ ਟਾਈਮ ਟੂ ਟਾਈਮ ਰਸਾਇਣ ਔਸ਼ਧੀਆਂ, ਰਸਾਇਣ ਹਰਬਸ, ਬਲਕਿ ਤਾਕਤ ਦੀਆਂ, ਆਪਦੀ ਬਾਡੀ ਦੇ ਬਾਤ ਪਿਤ ਕਫ ਨੂੰ ਬੈਲੈਂਸ ਰੱਖਣ ਵਾਸਤੇ ਇਹਨਾਂ ਔਸ਼ਧੀਆਂ ਦਾ ਸੇਵਨ ਜ਼ਰੂਰ ਕਰੋ। ਜੇ ਤੁਸੀਂ ਯੰਗ ਯੁਵਾ ਅਵਸਥਾ ਵਿੱਚ ਹੋ ਤਾਂ ਤੁਹਾਡੇ ਲਈ ਤੁਲਸੀ ਵੀ, ਐਲੋਵੀਰਾ ਵੀ, ਮਲੱਠੀ ਵੀ ਰਸਾਇਣ ਔਸ਼ਧੀ ਹੈ, ਦੁੱਧ ਘੀ ਵੀ ਰਸਾਇਣ ਔਸ਼ਧੀ ਹੈ। ਤੁਸੀਂ ਅਬਵ 50 ਹੋ ਤਾਂ ਆਪਦੀ ਸ਼ੂਗਰ ਲੈਵਲ, ਆਪਦਾ ਕੋਲੈਸਟਰੋਲ ਲੈਵਲ ਨੂੰ ਬੈਲੈਂਸ ਰੱਖੋ, ਆਪਦੇ ਬਲੱਡ ਪ੍ਰੈਸ਼ਰ ਲੈਵਲ ਨੂੰ ਬੈਲੈਂਸ ਰੱਖੋ। ਔਰ ਜਿਹੜੀਆਂ ਚੀਜ਼ਾਂ ਬਲੱਡ ਪ੍ਰੈਸ਼ਰ ਲੈਵਲ ਨਾ ਵਧਾਉਂਦੀਆਂ ਹੋਣ, ਇਸ ਤਰ੍ਹਾਂ ਦੀਆਂ ਰਸਾਇਣ ਔਸ਼ਧੀਆਂ ਬਹੁਤ ਸਾਰੀਆਂ ਆਯੁਰਵੇਦ ਦੇ ਵਿੱਚ ਉਲੇਖ ਨੇਗੀਆਂ। ਅਗਰ ਤੁਸੀਂ ਉਹ ਲੈਂਦੇ ਰਹੋਗੇ ਤਾਂ ਤੁਹਾਨੂੰ ਨਾ ਆਟੋਇਮਿਊਨ ਡਿਜ਼ੀਜ਼ ਤੁਹਾਡੇ ਨੇੜੇ ਆਏਗੀ, ਨਾ ਇੱਕ ਹੋਰ ਡਿਜ਼ੀਜ਼ ਨਜ਼ਦੀਕ ਆਏਗੀ। ਵੈਦ ਸਾਹਿਬ, ਅਗਰ ਆਟੋ ਇਮਿਊਨ ਡਿਜ਼ੀਜ਼ ਦੀ ਅਗਰ ਸ਼ੁਰੂਆਤੀ ਦੌਰ ਦੇ ਵਿੱਚ ਪਹਿਚਾਣ ਦੀ ਗੱਲ ਕਰੀਏ ਤਾਂ ਕਿਹੜੀ ਉਹ ਸਟੇਜ ਹੁੰਦੀ ਹੈ ਜਿਹਦੇ ਉੱਤੇ ਕਿ ਇੱਕ ਇਨਸਾਨ ਨੂੰ ਅਲਰਟ ਹੋ ਜਾਣਾ ਚਾਹੀਦਾ ਹੈ ਔਰ ਆਪਣਾ ਕਿਸੇ ਵੈਦ ਨੂੰ ਜਾ ਕੇ ਮਿਲਣਾ ਚਾਹੀਦਾ ਔਰ ਜਿਹੜੇ ਆਪਣਾ ਆਯੁਰਵੈਦਿਕ ਇਲਾਜ ਹੈ ਉਹ ਸ਼ੁਰੂ ਕਰਵਾਉਣਾ ਚਾਹੀਦਾ? ਤੁਹਾਡਾ ਇਹ ਵੀ ਬੜਾ ਅੱਛਾ ਸਵਾਲ ਹੈ, ਕਿਉਂਕਿ ਕਈ ਵਾਰ ਨਾ ਜੀ ਅਸੀਂ ਬੜੇ ਲੇਟ ਹੋ ਜਾਂਦੇ ਹਾਂ ਜੀ। ਜਦੋਂ ਤੁਹਾਡੇ ਟੈਸਟਾਂ ਦੇ ਵਿੱਚ, ਤੁਹਾਡੇ ਰੂਟੀਨ ਦੇ ਵਿੱਚ ਬਾਡੀ 'ਚ ਸਾਈਨ ਸਿੰਪਟਮ ਡਿਫਰੈਂਟ ਨੇ, ਟੈਸਟ ਡਿਫਰੈਂਟ ਨੇ, ਇਹ ਅਲਾਰਮਿੰਗ ਸਟੇਜ ਹੁੰਦੀ ਹੈ। ਓਕੇ, ਤੁਹਾਡੀ ਹਾਰਟ ਦੀ ਰਿਦਮ ਵੱਧ ਰਹੀ ਹੈ, ਤੁਹਾਡੀ ਹਾਰਟ ਦੀ ਪਲਪੀਟੇਸ਼ਨ ਵੱਧ ਰਹੀ ਹੈ, ਜਿਹਨੂੰ ਅਸੀਂ ਕਹਿੰਦੇ ਧੜਕਣ ਵੱਧ ਰਹੀ ਹੈ, ਤੁਸੀਂ ECG ਕਰਾ ਰਹੇ ਹੋ, ਨਾਰਮਲ ਹੈ। ਤੁਸੀਂ ਬਾਕੀ ਟੈਸਟ ਹਾਰਟ ਦੇ ਕੋਲੈਸਟਰੋਲ ਕਰਾ ਰਹੇ ਹੋ, ਨਾਰਮਲ ਹੈ, ਟ੍ਰਾਈਗਲਿਸਰਾਈਡ ਨਾਰਮਲ ਹੈ, ਤਾਂ ਉਦੋਂ ਜ਼ਰੂਰ ਦੇਖੋ ਵੀ ਫਿਰ ਕੋਈ ਨਾ ਕੋਈ ਜਿਹੜੀ ਹੈ ਇਸ ਤਰ੍ਹਾਂ ਦੀ ਡਿਜ਼ੀਜ਼ ਸਾਡੇ ਬਾਡੀ 'ਚ ਡਿਵੈਲਪ ਹੋ ਰਹੀ ਹੈ ਜੀ। ਉਸ ਤੋਂ ਬਾਅਦ ਸੇਮ ਜਿਹੜਾ ਹੈ ਤੁਸੀਂ ਆਪਦੀ, ਜਦੋਂ ਵੀ ਤੁਹਾਨੂੰ ਇਹ ਲੱਗੇ, ਦੇਖੋ
ਤੁਹਾਡਾ ਜਿਹੜਾ ਬੋਡੀ ਹੈ ਨਾ, ਉਹ ਬਹੁਤ ਵੱਡੀ ਡਾਕਟਰ ਹੈ ਜੀ। ਜੇ ਤੁਸੀਂ ਮੰਨ ਲਓ ਆਪਦੀ ਬੋਡੀ ਦੀ ਗੱਲ ਨੂੰ ਸਮਝਣ ਲੱਗ ਗਏ, ਆਪਦੀ ਬੋਡੀ ਦੀ ਗੱਲ ਨੂੰ ਇਹ ਪੜ੍ਹਨ ਲੱਗ ਗਏ, ਪੜ੍ਹਨ ਆ ਗਿਆ ਤੁਹਾਨੂੰ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬੋਡੀ ਸਾਨੂੰ ਇੰਡੀਕੇਟ ਕਰਦੀ ਹੈ, ਦੱਸਦੀ ਹੈ ਵੀ ਤੁਹਾਡੇ ਮਾਨਸਿਕ ਤੌਰ 'ਤੇ ਇਹ ਇੰਬੈਲੈਂਸ ਹੋ ਰਿਹਾ, ਸਰੀਰਕ ਤੌਰ 'ਤੇ ਇਹ ਇੰਬੈਲੈਂਸ ਹੋ ਰਿਹਾ, ਇਹ ਭੋਜਨ ਤੁਹਾਡੇ ਲਈ ਡਾਈਜੈਸਟਿਵ ਹੈ ਕਿ ਨਹੀਂ ਹੈ। ਲੇਕਿਨ ਜਦੋਂ ਅਸੀਂ ਜ਼ਿਆਦਾ ਲੰਬਾ ਟਾਈਮ ਇਗਨੋਰ ਕਰਦੇ ਰਹਿੰਦੇ ਹਾਂ, ਉੱਥੋਂ ਫਿਰ ਜਦੋਂ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਜਿਹਦਾ ਸਿੰਪਲ ਟ੍ਰੀਟਮੈਂਟ ਦੇ ਨਾਲ ਇਲਾਜ ਨਹੀਂ ਹੁੰਦਾ, ਉਹਨੂੰ ਇਹ ਮੰਨ ਕੇ ਚੱਲੋ ਵੀ ਤੁਹਾਨੂੰ ਕੋਈ ਨਾ ਕੋਈ ਆਟੋ ਇਮਿਊਨ ਡਿਜ਼ੀਜ਼ ਦੀ ਸ਼ੁਰੂਆਤ ਹੈ ਜੀ। ਔਰ ਮੈਂ ਇੱਕ ਚੀਜ਼ ਜ਼ਰੂਰ ਜ਼ਿਕਰ ਕਰਾਂਗਾ ਸ਼ੇਖਰ ਜੀ, ਪੰਚਕਰਮਾ ਜਿਹੜਾ ਟ੍ਰੀਟਮੈਂਟ ਹੈ ਇਹਦੇ ਲਈ ਬਹੁਤ ਇਫੈਕਟਿਵ ਹੈ। ਕਿਉਂਕਿ ਜਿੰਨੇ ਵੀ ਪੰਚਕਰਮਾ ਦੇ ਕਰਮ ਨੇਗੇ, ਬਸਤੀ ਹੈ, ਸ਼ਿਰੋਧਾਰਾ ਹੈ, ਨਸਿਅਮ ਹੈ, ਇਹ ਜਿਹੜੇ ਕਰਮ ਨੇਗੇ ਇਹ ਬੋਡੀ ਨੂੰ ਡਿਟੌਕਸ ਕਰਨ ਵਾਸਤੇ ਸਭ ਤੋਂ ਜ਼ਿਆਦਾ ਉਪਯੋਗੀ ਨੇ। ਹੁਣ ਤੁਸੀਂ ਸਾਡੇ ਸੈਂਟਰ ਤੋਂ ਹੁਣੇ ਆਏ ਹੋ, ਥੋੜ੍ਹਾ ਲੇਟ ਹੋ ਗਏ ਤੁਸੀਂ, ਜੇ 10 ਮਿੰਟ ਪਹਿਲਾਂ ਵੀ ਦੇਖਦੇ ਨਾ, ਸਾਡੇ ਕੋਲ ਫੋਰਨਰ 2 ਲੇਡੀਜ਼, ਇਹ ਅਕਸਰ ਜਦੋਂ ਚੰਡੀਗੜ੍ਹ ਦੇ ਦੌਰੇ 'ਤੇ ਆਉਂਦੀਆਂ ਨੇ, ਅਸੀਂ ਤਾਂ ਜ਼ਿਆਦਾ ਇੰਟਰੋਡਕਸ਼ਨ ਹੀ ਲਈ ਇਹਨਾਂ ਦੀ, ਜਰਮਨ ਜਾਂ ਹਾਲੈਂਡ ਤੋਂ ਨੇਗੀਆਂ, ਇਹ ਅਕਸਰ ਜਦੋਂ ਇਹ ਆਪਦੀ ਬੋਡੀ ਨੂੰ ਡਿਟੌਕਸ ਕਰਾਉਣ ਵਾਸਤੇ ਸਾਡੇ ਸੈਂਟਰ 'ਤੇ ਜ਼ਰੂਰ ਆਉਂਦੀਆਂ ਨੇ। ਹੁਣ ਵੀ ਉਹ ਅੱਜ ਜਿਹੜਾ ਉਹ ਸੈਚਰਡੇ ਦਾ ਟਾਈਮ ਲੈ ਕੇ ਗਏ ਨੇ ਮੈਡਮ, ਉਹਨਾਂ ਦਾ ਮਕਸਦ ਕੀ, ਇਹਨਾਂ ਲੋਕਾਂ ਨੂੰ ਜ਼ਿਆਦਾ ਅਵੇਅਰ ਹੈ ਵੀ ਅਸੀਂ ਜਰਨੀ 'ਚ ਰਹਿੰਦੇ ਹਾਂ, ਸਫ਼ਰ 'ਚ ਰਹਿੰਦੇ ਹਾਂ, ਖਾਣਾ ਬਾਹਰ ਦਾ ਵੀ ਖਾਂਦੇ ਹਾਂ, ਹੋਟਲ ਦਾ ਵੀ ਖਾਂਦੇ ਹਾਂ, ਬੋਡੀ ਨੂੰ ਕਲੀਨ, ਆਂਤ ਨੂੰ ਕਲੀਨ ਕਰਨ ਵਾਸਤੇ, ਆਪਦੇ ਡਾਈਜੈਸਟਿਵ ਸਿਸਟਮ ਨੂੰ ਸਟਰੋਂਗ ਕਰਨ ਵਾਸਤੇ ਅਸੀਂ ਆਪਦੀ ਬੋਡੀ ਨੂੰ ਡਿਟੌਕਸ, ਉਹ ਸਿਰਫ ਪੰਚਕਰਮਾ ਨਾਲ ਪੋਸੀਬਲ ਹੈ। ਇੱਕ ਤਾਂ ਪੰਚਕਰਮਾ ਦਾ ਕੋਈ ਸਾਈਡ ਇਫੈਕਟ ਨਹੀਂ ਹੈ, ਪਰ ਇਹ ਜ਼ਰੂਰ ਦੇਖੋ ਵੀ ਜਿਹੜਾ ਵੈਦ ਹੈ, ਡਾਕਟਰ ਹੈ, ਕੁਆਲੀਫਾਈਡ ਹੋਵੇ, ਉਹਨੂੰ ਸਮਝ ਹੋਵੇ, ਉਹਨੂੰ ਪੰਚਕਰਮਾ ਦੀ ਸਮਝ ਹੋਵੇ, ਔਰ ਉਹੀ ਜ਼ਿਆਦਾ ਤੁਸੀਂ ਟ੍ਰੀਟਮੈਂਟ ਨੂੰ ਜ਼ਿਆਦਾ ਇਫੈਕਟਿਵਲੀ, ਔਰ ਉਹਨੂੰ ਸਟਾਰਟਿੰਗ ਵਿੱਚ ਜਿਹੜੇ ਕਹਿੰਦੇ ਨੇ ਕਿ ਲੋਕ ਆਟੋਮਿਊਨ ਡਿਜ਼ੀਜ਼ ਠੀਕ ਨਹੀਂ ਹੁੰਦੀਆਂ, ਮੈਂ ਤੁਹਾਨੂੰ ਆਪਦੇ ਸੈਂਕੜੇ ਪੇਸ਼ੈਂਟ ਦਿਖਾ ਸਕਦਾ। ਅਸੀਂ ਪੰਚਕਰਮਾ ਦੀ ਹੈਲਪ ਲੈ ਕੇ ਬੋਡੀ ਨੂੰ ਵਿਧੀਵਤ ਤਰੀਕੇ ਨਾਲ ਡਿਟੌਕਸ ਕਰਦੇ ਹਾਂ, ਔਰ ਉਸ ਤੋਂ ਬਾਅਦ ਉਹਦਾ ਪ੍ਰੋਪਰ ਟ੍ਰੀਟਮੈਂਟ ਕਰਦੇ ਹਾਂ। 5-4 ਮਹੀਨੇ ਦਵਾਈ ਖਵਾ ਕੇ ਉਸ ਤੋਂ ਬਾਅਦ ਦਵਾਈ ਟੇਪਰ ਕਰਨੀ ਸ਼ੁਰੂ ਕਰ ਦਿੰਦੇ ਹਾਂ। ਮੇਰੇ ਖਿਆਲ ਹੈ ਵੀ 6 ਤੋਂ 7 ਮਹੀਨੇ ਵਿੱਚ ਜਿਹੜੀ ਦਵਾਈ ਹੈ ਉਹ ਬੰਦ ਕਰ ਦਿੰਦੇ ਹਾਂ, ਔਰ ਪੇਸ਼ੈਂਟ ਬਿਲਕੁਲ ਤੰਦਰੁਸਤ ਹੋ ਜਾਂਦਾ ਹੈ। ਸੋ ਕਿੰਨੀਆਂ ਸਟੇਜਸ ਹੁੰਦੀਆਂ ਨੇ ਵੈਦ ਸਾਹਿਬ ਆਟੋ ਇਮਿਊਨ ਡਿਸੀਜ਼ ਦੀਆਂ, ਜਿੱਥੇ ਕਿ ਈਜ਼ੀਲੀ ਕੰਟਰੋਲ ਹੋ ਜਾਂਦਾ ਹੈ, ਥੋੜ੍ਹਾ ਜਿਹਾ ਕ੍ਰਿਟੀਕਲ ਹੁੰਦਾ ਹੈ, ਜਾਂ ਫਿਰ ਕਰੋਨਿਕ ਹੋ ਜਾਂਦੀ ਹੈ? ਜੋ ਚੀਜ਼ ਇਸ ਬ੍ਰਹਿਮੰਡ 'ਤੇ, ਜੋ ਚੀਜ਼ ਇਸ ਸ੍ਰਿਸ਼ਟੀ 'ਤੇ ਕੋਈ ਵੀ ਏਲਮੈਂਟ ਪੈਦਾ ਹੋਇਆ, ਉਹਦਾ ਇਲਾਜ ਵੀ ਇਸੇ ਬ੍ਰਹਿਮੰਡ 'ਚ ਹੈ। ਸਿਰਫ ਇਲਾਜ ਪੜ੍ਹਨ ਵਾਲੇ ਬੰਦੇ ਦੀ ਜ਼ਰੂਰਤ ਹੈ, ਇਲਾਜ ਕਰਨ ਵਾਲੇ ਬੰਦੇ 'ਤੇ ਡਿਪੈਂਡ ਕਰਦਾ ਹੈ। ਕੋਈ ਐਸੀ ਬਿਮਾਰੀ ਨਹੀਂ ਹੈ ਜਿਹੜੀ ਇੱਥੇ ਬ੍ਰਹਿਮੰਡ 'ਤੇ ਪੈਦਾ ਹੁੰਦੀ ਹੈ ਅਤੇ ਉਹਦਾ ਇਲਾਜ ਨਹੀਂ ਹੈ। ਇਲਾਜ ਹੈਗਾ, ਵੈਦ ਸਿਆਣਾ ਹੋਣਾ ਚਾਹੀਦਾ। ਮੈਂ ਕਹਿੰਦਾ ਕੋਈ ਵੀ ਸਟੇਜ ਹੋਵੇ, ਫਸਟ ਸਟੇਜ ਤਾਂ ਆਮ ਬੰਦਾ ਸਮਝਦੇ ਨਹੀਂ ਗਾ, ਦਰਦ ਹੋ ਰਿਹਾ ਹੋਈ ਜਾਣ ਦਿਓ, ਅਲਸਰ ਹੋ ਗਏ ਹੋਰ ਲੈਣ ਦਿਓ, ਨਿੰਬੂ ਪਾਣੀ ਪੀ ਲਿਆ, ਕੋਈ ਕੋਕੋਨਟ ਵਾਟਰ ਲੈ ਲਿਆ, ਠੀਕ ਹੋ ਗਏ। ਪਰ ਮੈਂ ਇਹ ਕਹਿ ਰਿਹਾ, ਕੋਈ ਵੀ ਸਟੇਜ ਹੋਵੇ, ਫਸਟ ਸਟੇਜ ਹੋਵੇ, ਸੈਕੰਡ ਸਟੇਜ ਹੋਵੇ, ਜੇ ਤੁਸੀਂ ਆਪਦਾ ਪਰਹੇਜ਼ ਨਾਲ, ਜਿਵੇਂ ਆਯੁਰਵੇਦ ਡਾਕਟਰ ਤੁਹਾਨੂੰ ਐਡਵਾਈਸ ਕਰਦਾ ਹੈਗਾ, ਉਸ ਤਰੀਕੇ ਨਾਲ ਆਪਦੀ ਚਿਕਿਤਸਾ ਕਰਵਾਉਂਦੇ ਹੋ, ਪੰਚਕਰਮਾ ਵਿਧੀਵਤ ਕਰਵਾਉਂਦੇ ਹੋ, ਬੋਡੀ ਨੂੰ ਡਿਟੌਕਸ ਕਰਵਾਉਂਦੇ ਹੋ, ਕਿਸੇ ਸਟੇਜ ਵੀ ਜਿਹੜੀ ਆ ਉਹ ਪ੍ਰੋਬਲਮ ਜਿਹੜੀ ਆ ਉਹ ਕੰਟਰੋਲ ਹੋ ਕੇ ਕਿਉਰ ਹੋ ਜਾਂਦੀ ਹੈ। ਉੱਪਰੋਂ ਦਿਖਣ ਵਾਲੇ ਸਰੀਰ ਦੇ ਵਿੱਚ ਐਸੇ ਕਿਹੜੇ ਫਰਕ ਹੁੰਦੇ ਨੇ, ਜਿਵੇਂ ਕਿ ਤੁਸੀਂ ਅੰਦਰੂਨੀ ਚੀਜ਼ਾਂ ਦੱਸੀਆਂ ਕੁਛ, ਕਿ ਦਿਲ ਦੀ ਧੜਕਣ ਵੱਧ ਜਾਣਾ ਜਾਂ ਇੱਦਾਂ ਦੇ ਸਿੰਪਟਮ ਦਿਖਣੇ, ਤੇ ਰਿਪੋਰਟਸ ਡਿਫਰੈਂਟ ਆਉਣੀਆਂ, ਤੇ ਅਗਰ ਅਸੀਂ ਉੱਪਰੀ ਤੌਰ ਦੇ ਉੱਤੇ ਕਹੀਏ ਤਾਂ ਸਰੀਰ ਦੇ ਵਿੱਚ ਐਸੇ ਕਿਹੜੇ ਬਦਲਾਵ ਖਾਸ ਤੌਰ ਦੇ ਉੱਤੇ ਨੋਟਿਸ ਹੁੰਦੇ ਨੇ ਜਦੋਂ ਸਾਨੂੰ ਆਟੋ ਇਮਿਊਨ ਡਿਜ਼ੀਜ਼ ਹੁੰਦੀ ਹੈ? ਆਪਾਂ ਕੋਈ ਡਿਜ਼ੀਜ਼ ਲੈ ਲਓ ਜੀ, ਮੰਨ ਲਓ ਅਰਥਰਾਈਟਿਸ ਸ਼ੁਰੂ ਹੋ ਗਿਆ, ਗਾਊਟ ਸ਼ੁਰੂ ਹੋ ਗਿਆ, ਜਦੋਂ ਪੇਸ਼ੈਂਟ ਨੂੰ ਇਹ ਪ੍ਰੋਬਲਮ ਸਟਾਰਟ ਹੁੰਦੀ ਹੈ, ਬੋਡੀ ਸਪਾਜ਼ਮ ਹੁੰਦਾ ਹੈ ਜੀ, ਗਾਊਟ ਵਿੱਚ ਛੋਟੀਆਂ ਸੰਧੀਆਂ ਜਿੰਨੇ ਛੋਟੇ ਜੁਆਇੰਟਸ ਉਹਨਾਂ 'ਚ ਪੇਨ ਸ਼ੁਰੂ ਹੁੰਦਾ ਹੈ। ਲੇਕਿਨ ਜਦੋਂ ਯੂਰਿਕ ਐਸਿਡ ਚੈੱਕ ਕਰਵਾਉਂਦੇ, ਜਿਹੜਾ ਕਿ ਪੈਰਾਮੀਟਰ ਬਣਿਆ ਹੋਏਗਾ, ਉਹ ਨਾਰਮਲ ਆਉਂਦਾ। ਲੇਕਿਨ ਜਦੋਂ ਇੱਕ ਵੈਦ ਹਿਸਟਰੀ ਲੈਂਦਾ ਹੈਗਾ ਤਾਂ ਅਬਨੋਰਮੈਲਿਟੀ ਕਲੀਅਰ ਹੁੰਦੀ ਹੈ ਵੀ ਹਾਂ ਬਹੁਤ ਦੇਰ ਤੋਂ ਉਸ ਪੇਸ਼ੈਂਟ ਦੀ ਜਿਹੜੀ ਡਾਈਜੈਸ਼ਨ ਹੈ ਉਹ ਡਿਸਟਰਬ ਹੋਈ ਹੋਈ ਹੈ, ਉਹਨੂੰ ਗੈਸਟਾਈਟਸ, ਉਹਨੂੰ ਐਸਿਡਿਟੀ ਜਾਂ ਉਹਨੂੰ ਕੌਂਸਟੀਪੇਸ਼ਨ ਰਹੀ ਹੈ। ਤਾਂ ਇਹੀ ਜਿਹਾ ਕੰਟਰਾਡਿਕਸ਼ਨ ਜਦੋਂ ਸੇਮ ਅਰਥਰਾਈਟਿਸ ਹੈ, ਜਦੋਂ ਆਪਣਾ ਆਰਏ ਫੈਕਟਰ ਚੈੱਕ ਕਰਾਉਂਦਾ ਉਹ ਨਾਰਮਲ ਆਉਂਦਾ ਹੈ, ਲੇਕਿਨ ਪੇਨ ਸ਼ੁਰੂ ਹੋ ਜਾਂਦਾ ਹੈ, ਸਪਾਜ਼ਮ ਸ਼ੁਰੂ ਹੋ ਜਾਂਦਾ ਹੈ, ਅਕੜਾਅ ਹੋਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਤਾਂ ਪੇਸ਼ੈਂਟ ਕਾਰ 'ਚ ਨਹੀਂ ਬੈਠ ਸਕਦਾ, ਸਕੂਟਰ 'ਤੇ ਨਹੀਂ ਬੈਠ ਸਕਦਾ, ਆਪਦੇ ਘਰੇ ਬੈਠ ਕੇ ਮੂਵਮੈਂਟ ਉਹਦੀਆਂ ਰਿਸਟ੍ਰਿਕਟ ਹੋ ਜਾਂਦੀਆਂ ਨੇਗੀਆਂ। ਇਸ ਤਰ੍ਹਾਂ ਦੀਆਂ ਜਦੋਂ ਪ੍ਰੋਬਲਮ ਸ਼ੁਰੂ ਹੁੰਦੀਆਂ ਨੇਗੀਆਂ, ਹੁਣ ਮੈਂ ਅਲਸਰੇਟਿਵ ਦੀ ਗੱਲ ਕਰਦਾ ਜੀ। ਅਲਸਰੇਟਿਵ ਹੈ, ਉਹਨੂੰ ਪਹਿਲਾਂ ਲੂਜ਼ ਮੋਸ਼ਨ, ਜਦੋਂ ਵੀ ਉਹ ਖਾਣਾ ਖਾਂਦਾ ਉਹਨੂੰ ਮੋਸ਼ਨ ਜਾਣਾ ਪੈਂਦਾ, ਉਹ ਇਹ ਸੋਚਦਾ ਵੀ ਯਾਰ
ਮੈਨੂੰ ਤਾਂ ਕੋਈ ਐਸੀ ਗੱਲ ਹੈ ਨਹੀਂ ਕਿ ਮੈਨੂੰ ਤਾਂ ਕੋਈ ਜ਼ਿਆਦਾ ਇਮੋਸ਼ਨ ਆ ਨਹੀਂ ਰਹੇ, ਮੈਂ ਫਲਾਣੇ ਤੋਂ ਸੁਣਿਆ ਸੀ ਜਾਂ ਅਲਸਰੇਟਿਵ ਕੋਲਾਈਟਿਸ ਤੋਂ ਤਾਂ ਬਹੁਤ, ਮੇਰੇ ਤਾਂ 1 ਜਾਂ 2 ਵਾਰ ਇਮੋਸ਼ਨ ਆਉਂਦਾ ਹੈਗਾ। ਲੇਕਿਨ ਜਦੋਂ ਅਲਸਰ ਡਿਵੈਲਪ ਹੋਈ ਜਾਂਦੇ ਨੇ ਕੋਈ ਸਾਡੀ ਬਾਡੀ ਕਿਸੇ ਹੱਦ ਤੱਕ ਇਹਨਾਂ ਚੀਜ਼ਾਂ ਨੂੰ ਅਬਜ਼ੋਰਬ ਕਰਦੀ ਹੈ, ਓਕੇ, ਸਹਿਣ ਕਰਦੀ ਹੈ। ਲੇਕਿਨ ਆਖਰ ਨੂੰ ਬਾਡੀ ਹੈ ਪਰਮਾਤਮਾ ਦੀ ਬਣਾਈ ਹੋਈ, ਜਦੋਂ ਉਹ ਇੱਕ ਸਹਿਣ ਕਰਨ ਦੀ ਸਮਰੱਥਾ ਜਿਹੜੀ ਉਹ ਇੱਕ ਕ੍ਰਾਸ ਕਰ ਜਾਂਦੀ ਹੈ, ਉਦੋਂ ਇਹ ਡਿਜ਼ੀਜ਼ ਸ਼ੁਰੂ ਹੁੰਦੀਆਂ ਨੇ। ਕਦੇ ਵੀ ਕੋਈ ਇਹ ਆਟੋਇਮਿਊਨ ਡਿਜ਼ੀਜ਼ ਜਾਂ ਕੋਈ ਵੀ ਡਿਜ਼ੀਜ਼ ਹੈ ਕਦੇ ਵੀ ਇੱਕਦਮ ਨਹੀਂ ਹੁੰਦੀ ਹੈ। ਆਪਾਂ ਕਹਿ ਦਿੰਦੇ ਹਾਂ ਵੀ ਉਹਨੂੰ ਦੇਖੋ ਜੀ ਇੰਨੇ ਸਾਲ ਬਾਅਦ ਡਾਇਗਨੋਸ ਹੋਇਆ ਕੈਂਸਰ, ਟਿਊਮਰ, ਲਾਈਪੋਮਾ, ਤੁਸੀਂ ਆਪ ਧਿਆਨ ਨਹੀਂ ਦਿੱਤਾ ਜਾਂ ਤੁਹਾਡੇ ਡਾਕਟਰ ਨੇ ਧਿਆਨ ਨਹੀਂ ਦਿੱਤਾ, ਅਤੇ ਫਿਰ ਆਪਾਂ ਉਹ ਕਹਿੰਦੇ ਨੇ ਵੀ ਜੋ ਉੱਪਰ ਵਾਲੇ ਨੇ ਲਿਖਿਆ ਹੋਇਆ ਸੀ ਜੀ ਉਹਨਾਂ ਤਾਂ ਦੇਖੋ ਉਨਾ ਹੀ ਟਾਈਮ ਕੱਢਣਾ ਜੀ। ਪਰ ਮੈਂ ਇਹ ਕਹਿੰਦਾ ਵੀ ਜੇ ਤੁਸੀਂ ਆਯੁਰਵੇਦ ਦੇ ਨੈਚੁਰਲ ਪ੍ਰੋਸੀਜਰਸ ਨੂੰ, ਨੈਚੁਰਲ ਤਰੀਕਿਆਂ ਨੂੰ, ਪੰਚਕਰਮਾ ਦੇ ਨੈਚੁਰਲ ਪ੍ਰੋਸੀਜਰ ਨੂੰ ਅਡੋਪਟ ਕਰਦੇ ਹੋ ਤਾਂ ਤੁਸੀਂ ਜਲਦੀ ਸਵਸਥ ਵੀ ਰਹੋਗੇ, ਸਿਹਤਯਾਬ ਵੀ ਰਹੋਗੇ, ਜਿੰਨੀ ਪਰਮਾਤਮਾ ਨੇ ਤੁਹਾਨੂੰ ਲਾਈਫ ਦਿੱਤੀ ਹੈ ਉਹਨੂੰ ਕੰਫਰਟੇਬਲ ਜੀਓਗੇ। ਹੁਣ ਮੇਰੇ ਖਿਆਲ ਨਾਲ ਕਾਫੀ ਇਦਾਂ ਦੇ ਸਵਾਲ ਨੇ ਜਿਸ ਤੋਂ ਕਲੀਅਰ ਹੋ ਗਿਆ ਹੋਵੇਗਾ ਦਰਸ਼ਕਾਂ ਨੂੰ ਕਿ ਆਟੋਇਮਿਊਨ ਡਿਜ਼ੀਜ਼ ਕਿਵੇਂ ਸ਼ੁਰੂ ਹੁੰਦੀ ਹੈ ਔਰ ਕਿੱਦਾਂ ਦੇ ਸਿੰਪਟਮਸ ਹੁੰਦੇ ਨੇ। ਹੁਣ ਅਸੀਂ ਜਾਵਾਂਗੇ ਇਸ ਗੱਲ ਦੇ ਵੱਲ ਕਿ ਆਯੁਰਵੇਦ ਕਿਸ ਤਰੀਕੇ ਦੇ ਨਾਲ ਪ੍ਰੋਟੈਕਟ ਕਰ ਪਾਉਂਦਾ ਹੈ ਔਰ ਕਿਹੜੀ ਵਿਧੀਆਂ ਨੇ, ਕੀ ਟਰੀਟਮੈਂਟ ਹੈ। ਦੇਖੋ ਜਿਵੇਂ ਮੈਂ ਹੁਣੇ ਦੱਸਿਆ ਨਾ ਜੀ, ਬਹੁਤ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਨੇਗੀਆਂ ਆਟੋਇਮਿਊਨ ਡਿਜ਼ੀਜ਼ ਨੇਗੀਆਂ। ਆਪਾਂ ਪੰਚਕਰਮਾ ਦੇ ਬਾਰੇ ਲੈਂਦੇ ਹਾਂ, ਜਿਨ੍ਹਾਂ ਨੂੰ ਪੇਨ ਰਹਿੰਦਾ ਹੈਗਾ, ਸ਼ੋਲਡਰ ਵਿੱਚ ਪੇਨ ਰਹਿੰਦਾ ਹੈਗਾ, ਜਾਂ ਪੂਰੇ ਕਮਰ ਦੇ ਵਿੱਚ ਲੰਬਰ ਰੀਜਨ ਵਿੱਚ ਪੇਨ ਹੋ ਕੇ ਅੱਗੇ ਟ੍ਰਿਗਰ ਕਰਦਾ ਹੈਗਾ, ਦੋਨੋਂ ਲੈਗਸ ਵਿੱਚ ਜਾਂਦਾ ਹੈਗਾ। ਅਸੀਂ ਪਹਿਲਾਂ ਕੋਸ਼ਿਸ਼ ਕਰਦੇ ਕਿ ਐਕਸਟਰਨਲ ਤਰੀਕੇ ਨਾਲ ਠੀਕ ਕਰਿਆ ਜਾਵੇ। ਜਿਵੇਂ ਮੈਂ ਦੱਸਿਆ ਸੀ ਨਾ, ਸਭ ਤੋਂ ਪਹਿਲਾਂ ਤਾਂ ਅਸੀਂ ਬਾਡੀ ਨੂੰ ਡਿਟੌਕਸ ਕਰਦੇ ਹਾਂ। ਜੋ ਬਾਡੀ 'ਚ ਟੌਕਸਿਨ ਜਮ੍ਹਾਂ ਹੋਏ ਨੇ ਜਿਸ ਕਰਕੇ ਉਹ ਡਿਜ਼ੀਜ਼ ਡਿਵੈਲਪ ਹੋਈ ਹੈ, ਅਸੀਂ ਉਸ ਟੌਕਸਿਨ ਨੂੰ ਡੀਟੌਕਸ ਕਰਦੇ ਹਾਂ। ਬਾਡੀ ਨੂੰ ਡਿਟੌਕਸ ਕਰਕੇ ਫਿਰ ਕੋਸ਼ਿਸ਼ ਕਰਦੇ ਵੀ ਘੱਟ ਤੋਂ ਘੱਟ ਮੈਡੀਸਨ ਦੇ ਕੇ, ਘੱਟ ਤੋਂ ਘੱਟ ਹਰਬਸ ਦੇ ਕੇ ਪਹਿਲਾਂ ਐਕਸਟਰਨਲੀ ਜਿਹੜੀ ਤੁਹਾਡੀ ਆਂਤ ਹੈ ਉਹਨੂੰ ਕਲੀਨ ਕਰਦੇ ਹਾਂ, ਡਾਈਜੈਸ਼ਨ ਨੂੰ ਸਟਰੋਂਗ ਕਰਦੇ ਹਾਂ, ਐਸਿਡ ਨੂੰ pH ਵੈਲਿਊ ਨੂੰ ਨੋਰਮਲ ਲੈ ਕੇ ਆਉਂਦੇ ਹਾਂ। ਲਿਵਰ ਫੈਟੀ ਹੈ ਤਾਂ ਲਿਵਰ ਨੂੰ ਠੀਕ ਕਰਦੇ ਹਾਂ ਤਾਂ ਕਿ ਡਾਈਜੈਸਟਿਵ ਜੂਸ ਜਿਹੜੇ ਨੇਗੇ ਉਹ ਖਾਣੇ ਨੂੰ ਠੀਕ ਪਹੁੰਚਾਉਣ। ਸਭ ਤੋਂ ਪਹਿਲਾਂ ਇਹ ਹੈ ਪੈਰਾਮੀਟਰਸ, ਬਜਾਏ ਕਿਸੇ ਡਸਟਬਿਨ ਵਾਂਗੂ ਪਹਿਲਾਂ ਹੀ ਦਵਾਈਆਂ ਛੁੱਟਣ ਨੂੰ ਇਹ ਨਹੀਂ ਅਸੀਂ ਕਰਦੇ। ਸਾਡਾ ਜਿਹੜਾ ਹੈ, ਦੇਖੋ ਮੇਰੇ ਦੋਨੋਂ ਬੱਚੇ ਪੋਸਟ ਗ੍ਰੈਜੂਏਟ ਨੇ, ਪਰਮਾਤਮਾ ਨੇ ਬੜੀ ਬਖਸ਼ਿਸ਼ ਕੀਤੀ ਹੈ ਉਹਨਾਂ ਉੱਪਰ ਵੀ ਕਿ ਉਹ ਇੰਨੀ ਅੱਛੀ ਚਿਕਿਤਸਾ ਔਰ ਇੰਨੇ ਅੱਛੇ ਤਰੀਕੇ ਨਾਲ ਪੇਸ਼ੈਂਟ ਨੂੰ ਅਸੀਂ ਦੇਖਦੇ ਹਾਂਗੇ। ਕਈ ਵਾਰ ਸ਼ੇਖਰ ਜੀ ਬੜੀ ਉਲਟ ਗੱਲ ਹੁੰਦੀ ਹੈ, ਅਸੀਂ ਪੇਸ਼ੈਂਟ ਨੂੰ ਇਹ ਸਾਰੀ ਗੱਲਾਂ ਸਮਝਾਉਣਾ ਚਾਹੁੰਦੇ ਹਾਂ ਵੀ ਅਸੀਂ ਤੁਹਾਡੀ ਬੇਸਿਕ ਚੀਜ਼ ਨੂੰ ਪਕੜ ਕੇ ਇਲਾਜ ਕਰਦੇ ਹਾਂ, ਪੇਸ਼ੈਂਟ ਲੇਕਿਨ ਕੁਛ ਹੋਰ ਸੁਣਨਾ ਚਾਹੁੰਦਾ ਹੁੰਦਾ। ਪੇਸ਼ੈਂਟ ਕਹਿੰਦਾ ਨਾ ਮੈਂ ਤਾਂ ਪਹਿਲੇ ਹੀ ਬਹੁਤ ਦੁਖੀ ਹੋਇਆ ਹਾਂ, ਮੈਨੂੰ ਤਾਂ ਕੋਈ ਇਹੋ ਜਿਹਾ ਦਵਾਈ ਦਿਓ ਬਸ ਮੈਂ 2 ਦਿਨ ਖਾਵਾਂ ਅਤੇ ਮੇਰੀ ਇਹ ਡਿਜ਼ੀਜ਼ ਠੀਕ ਹੋ ਜਾਵੇ। ਪੇਸ਼ੈਂਟ ਦੇ ਵਿੱਚ ਪੇਸ਼ੈਂਸ ਨਹੀਂ ਹੁੰਦੇ। ਇਹ ਇਸ ਤਰ੍ਹਾਂ ਦੀ ਜਿਹੜੀ ਬਿਮਾਰੀ ਹੈ ਇਹ ਬਹੁਤ ਆਉਂਦੀ ਵੀ ਬਹੁਤ ਸਲੋ ਹੈ ਔਰ ਜਾਂਦੀ ਬਹੁਤ ਸਲੋ ਹੈ। ਆਪਾਂ ਜੇ ਕਹੀਏ ਵੀ ਇਹ ਬਹੁਤ ਤੇਜ਼ੀ ਨਾਲ ਆਉਂਦੀ ਹੈ, ਮੈਂ ਤਾਂ ਸਿਰਫ ਤੇਜ਼ੀ ਨਾਲ ਨਹੀਂ ਆਉਂਦੀ, ਅਸੀਂ ਡਾਇਗਨੋਸ ਜਾਂ ਉਹਨੂੰ ਠੀਕ ਸਮਝ ਨਹੀਂ ਪਾਉਂਦੇ ਤਾਂ ਸਾਨੂੰ ਲੱਗਦਾ ਹੈਗਾ ਵੀ ਇਹ ਜਿਹੜੀ, ਲੇਕਿਨ ਇਹ ਆਉਂਦੀ ਵੀ ਬਹੁਤ ਹੌਲੀ ਹੌਲੀ ਹੈ ਔਰ ਜਾਂਦੀ ਵੀ ਬਹੁਤ ਹੌਲੀ ਹੌਲੀ ਹੈ। ਇਸ ਕਰਕੇ ਕਦੇ ਵੀ ਜਿਸ ਚੀਜ਼ ਦਾ, ਤਾਂ ਹੀ ਨਾ ਜੀ ਉਹ ਫਿਰ ਬਦਨਾਮ ਕਰਨ ਵਾਲੇ ਕਹਿਣ ਲੱਗਦੇ ਨੇ ਵੀ ਜੀ ਆਯੁਰਵੇਦ ਦਾ ਇਲਾਜ ਬੜਾ ਲੰਬਾ ਹੁੰਦਾ ਜੀ, ਆਯੁਰਵੇਦ ਦੇ ਵਿੱਚ ਤਾਂ ਜੀ ਬੜਾ ਦਵਾਈ ਖਾਣੀ ਪੈਂਦੀ ਹੈ। ਅਰੇ ਬਈ ਜਿਹੜਾ ਤੁਹਾਡਾ ਬਾਡੀ ਦਾ ਇੱਕ ਬੈਲੈਂਸ ਬਣਾਉਣ ਦਾ ਨੈਚੁਰਲ ਤਰੀਕਾ ਹੈਗਾ, ਜੇ ਅਸੀਂ ਉਹਨੂੰ ਅਡੋਪਟ ਨਹੀਂ ਕਰਾਂਗੇ ਤਾਂ ਫਿਰ ਸਾਡੇ ਅਤੇ ਬਾਕੀ ਡਾਕਟਰਾਂ 'ਚ ਕੀ ਫਰਕ ਹੋਇਆ। ਸੋ ਮੈਂ ਇਹ ਜਿੱਥੇ ਤੱਕ ਸਮਝ ਪਾ ਰਿਹਾ ਕਿ ਇੱਥੇ ਇੱਕ ਪੇਸ਼ੈਂਟ ਦੇ ਸਹਿਯੋਗ ਦੀ ਵੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਕਿ ਉਹ ਚੀਜ਼ ਨੂੰ ਸਮਝੇ, ਔਰ ਜਦੋਂ ਵੈਦ ਸਾਹਿਬ ਉਹਨਾਂ ਨੂੰ ਦੱਸ ਰਹੇ ਨੇ ਕਿ ਇਹਨੂੰ ਇਸ ਤਰੀਕੇ ਦੇ ਨਾਲ ਟਰੀਟ ਕੀਤਾ ਜਾਏਗਾ, ਉਸ ਪ੍ਰੋਸੈਸ ਨੂੰ ਅੰਡਰਸਟੈਂਡ ਕਰਕੇ ਤਾਂ ਹੀ ਸ਼ਾਇਦ ਚੰਡੀਗੜ੍ਹ ਆਯੁਰਵੇਦ ਦੀ ਜਿਹੜੀ ਵੈਬਸਾਈਟ ਹੈਗੀ ਹੈ ਉਸ ਦੇ ਉੱਤੇ ਵੀ ਤੁਸੀਂ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਕਿ ਪਹਿਲਾਂ ਪੇਸ਼ੈਂਟ ਨੂੰ ਜਾਣਕਾਰੀ ਹੋਵੇ ਕਿ ਪ੍ਰੋਸੈਸ ਕੀ ਹੈ ਅਤੇ ਫਿਰ ਉਸ ਤੋਂ ਬਾਅਦ ਉਸ 'ਚ ਯਕੀਨ ਕਰਕੇ ਉਹਦੇ ਨਾਲ ਚੱਲੇ। ਸ਼ੇਖਰ ਜੀ ਸਾਡੀ ਜਿਹੜੀ ਵੈਬਸਾਈਟ ਹੈ chandigarhayurvedscenter.com, ਤੁਸੀਂ ਇਹ ਦੇਖ ਲਓ ਵੀ ਇੱਕ ਡਿਜ਼ੀਜ਼ ਬਾਰੇ, ਨਾਟ ਇਕੱਲੀ ਆਟੋਇਮਿਊਨ ਡਿਜ਼ੀਜ਼ ਬਾਰੇ ਅਸੀਂ ਉਹਦੇ 'ਤੇ ਇੱਕ ਲਿੰਕ ਬਣਾਏ ਹੋਏ ਨੇ। ਤੁਸੀਂ ਉਸ ਜਗ੍ਹਾ ਸਾਡੀ ਵੈਬਸਾਈਟ ਖੋਲ੍ਹ ਕੇ ਤੁਹਾਨੂੰ ਕੋਈ ਪ੍ਰੋਬਲਮ ਹੈ, ਚਾਹੇ ਉਹ ਆਟੋਇਮਿਊਨ ਦੇ ਨਾਲ ਹੈ, ਬਲੱਡ ਪ੍ਰੈਸ਼ਰ ਹੈ, ਅਸਥਮਾ ਹੈ, ਹੈਡੇਕ ਹੈ, ਸਕਿਨ ਡਿਜ਼ੀਜ਼ ਨੇਗੀਆਂ, ਲੇਡੀਜ਼ ਦੀਆਂ ਡਿਜ਼ੀਜ਼ ਨੇ, ਡਿਸਮੈਨੋਰੀ ਹੈ, PCOD, ਤੁਹਾਨੂੰ ਕੋਈ ਵੀ ਡਿਜ਼ੀਜ਼ ਹੈ, ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਉਸ ਲਿੰਕ ਨੂੰ ਖੋਲ੍ਹ ਕੇ ਪੂਰੀ ਡਿਟੇਲ ਵਿੱਚ ਸਟੱਡੀ ਕਰੋ। ਅਸੀਂ ਉਹ 'ਚ ਇੱਕ ਚੀਜ਼ ਡਿਟੇਲ ਵਿੱਚ, ਕਿਉਂਕਿ ਮੇਰੇ ਬੱਚੇ ਬੜੇ ਹਾਈ ਟੈਕ ਨੇਗੇ, ਉਹ ਲੇਟੈਸਟ ਸਟੱਡੀ ਕਰਕੇ ਆਏ ਨੇਗੇ, ਇਹ ਸਾਰਾ ਉਹਨਾਂ ਦਾ ਕਮਾਲ ਹੈਗਾ। ਦੇ ਨਾਲ ਤੁਹਾਡੇ ਵਰਗੇ ਦੋਸਤ ਮਿੱਤਰ IT ਵਾਲੇ ਨਾਲ ਜੋੜੇ ਹੋਏ ਨੇਗੇ। ਇਹ ਜਿਹੜਾ ਹੈ ਅਸੀਂ ਉਹਦੀ ਵੈਬਸਾਈਟ 'ਤੇ ਐਕਸਪਲੇਨ ਕੀਤਾ ਹੋਇਆ। ਹੁਣ ਮੇਰੇ ਬਾਹਰ ਬਹੁਤ ਪੇਸ਼ੈਂਟ ਨੇ, ਕੈਨੇਡਾ ਦੇ ਵਿੱਚ, USA 'ਚ, ਨਿਊਜ਼ੀਲੈਂਡ 'ਚ, ਇੰਗਲੈਂਡ 'ਚ, ਮੈਨੂੰ ਉਹਨਾਂ ਤੋਂ ਫੋਨ ਆਉਂਦਾ, ਮੈਂ ਉਹਨਾਂ ਨੂੰ ਪਹਿਲਾਂ ਵਿਦਿਨ 2 ਮਿੰਟਸ ਜਿਹੜਾ ਹੈ ਉਹ ਲਿੰਕ ਭੇਜ ਦਿੰਦਾ
ਮੈਂ ਉਹਨਾਂ ਨੂੰ ਕਹਿਣਾ ਪਹਿਲੇ ਇਹਦੇ ਬਾਰੇ ਸਟੱਡੀ ਕਰੋ। ਫਿਰ ਜਦੋਂ ਕੋਰਿਲੇਟ ਕਰਦੇ ਨੇ ਵੀ ਹਾਂ ਸਾਡੀ ਵੀ ਇਹੀ ਸਟੇਜ ਹੈ, ਸਾਨੂੰ ਇਹੀ ਪ੍ਰੋਬਲਮ ਹੈ, ਸਾਨੂੰ ਫਿਰ ਉਹ ਮੇਰੇ ਲਿੰਕ ਦੇ ਵਿੱਚ ਅਸੀਂ ਆਯੁਰਵੇਦ ਦੀ ਕਿਹੜੀ ਹਰਬਸ ਕਿਵੇਂ ਬਣਾਈ ਹੋਈ ਹੈ, ਕਿਸ ਤਰੀਕੇ ਨਾਲ ਉਹਨੂੰ ਸ਼ੁੱਧ ਕਰਕੇ ਬਣਾਇਆ ਹੋਇਆ, ਉਹ ਵੀ ਨਾਲ ਹੁੰਦਾ। ਅਸੀਂ ਕੀ ਦਿੰਦੇ ਹਾਂ, ਫਿਰ ਸਾਡੀ ਨਾਲ ਵੈਬਸਾਈਟ ਦਾ ਲਿੰਕ ਖੁੱਲ੍ਹ ਜਾਂਦਾ ਹੈ। ਉਹਨਾਂ ਨੇ ਹੋਰ ਵੀ ਕਿਤੇ ਕੋਈ ਸਟੱਡੀ ਕਰਨਾ ਹੁੰਦਾ ਹੈਗਾ। ਸ਼ੇਖਰ ਜੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਸਾਡੀਆਂ ਜਿੰਨੀਆਂ ਵੀ ਮੈਡੀਸਨਸ ਨੇ ਅਸੀਂ ਆਪ ਤਿਆਰ ਕਰਦੇ ਹਾਂ। ਉਹਨਾਂ ਦੇ ਉੱਪਰ QR ਕੋਡ ਤੱਕ ਅਸੀਂ ਲਗਾਏ ਹੋਏ ਨੇ ਟਰਾਂਸਪੇਰੈਂਸੀ ਵਾਸਤੇ। ਅੱਜ ਜਿਹੜਾ ਪੇਸ਼ੈਂਟ ਹੈ ਉਹ ਇਹ ਚਾਹੁੰਦਾ ਹੈਗਾ, ਉਹ ਸਿੱਖਣਾ ਵੀ ਚਾਹੁੰਦਾ ਮੈਂ ਕੀ ਖਾ ਰਿਹਾ, ਔਰ ਅਸੀਂ ਸਿਖਾਉਣਾ ਚਾਹੁੰਦੇ ਹਾਂ। ਸਭ ਤੋਂ ਵੱਡੀ ਗੱਲ ਹੈ ਵੀ ਅਸੀਂ ਪੇਸ਼ੈਂਟ ਨੂੰ ਦੱਸੀਏ ਤੁਸੀਂ ਕੀ ਖਾ ਰਹੇ ਹੋ, ਤਾਂ ਕਿ ਜੋ ਮਨ 'ਚ ਕੋਈ ਵਹਿਮ ਭਰਮ ਹੈ ਵੀ ਪਤਾ ਨਹੀਂ ਕੀ ਦੇ ਦਿੰਦੇ ਨੇ ਆਯੁਰਵੇਦ ਡਾਕਟਰ, ਉਹ ਵਹਿਮ ਭਰਮ ਵੀ ਦੂਰ ਕਰੀਏ ਔਰ ਲੋਕਾਂ ਨੂੰ ਸਿਹਤਯਾਬੀ ਬਣਾਈਏ। ਲੋਕਾਂ ਦੀ ਇਮਿਊਨਿਟੀ ਹੈ। ਅੱਜ ਜਿਹੜਾ 25 ਸਾਲ ਦਾ ਜਿਹੜਾ ਬੱਚਾ ਹੈਗਾ, ਮੈਂ ਤਾਂ ਬੱਚਾ ਹੀ ਕਹਾਂਗਾ, ਉਹ ਵੀ ਜਿਹੜਾ ਹੈ ਪ੍ਰੌੜ ਅਵਸਥਾ 'ਚ ਪਹੁੰਚ ਗਿਆ ਲੱਗਦਾ ਹੈਗਾ। ਸਾਡਾ ਇਹ ਏਮ ਹੈ ਕਿ ਅਸੀਂ ਲੋਕਾਂ ਨੂੰ ਉਹਨਾਂ ਦੀ ਏਜ ਮੁਤਾਬਕ ਉਹਨਾਂ ਦੀ ਬਾਡੀ ਦੀ ਇਮਿਊਨਿਟੀ ਨੂੰ ਪ੍ਰੋਪਰ ਬਣਾ ਕੇ ਰੱਖੀਏ ਔਰ ਉਹਨੂੰ ਸਮਝਾਈਏ। ਹੁਣ ਮੈਂ ਕੈਨੇਡਾ ਕਿਉਂ ਜਾ ਰਿਹਾ, ਇਕੱਲਾ ਮੇਰਾ ਮਕਸਦ ਇਹੀ ਨਹੀਂ ਹੈ ਕਿ ਮੈਂ ਉੱਥੇ ਪੇਸ਼ੈਂਟ ਦੇਖਣੇ ਨੇ। ਮੇਰਾ ਮਕਸਦ ਇਹ ਹੈ ਕਿ ਜਿੱਥੇ ਮੈਨੂੰ 50-100 ਬੰਦੇ ਮਿਲਣਗੇ ਤਾਂ ਮੈਂ ਉਹਨਾਂ ਨੂੰ ਅਵੇਅਰ ਕਰਾਂ ਉਹਨਾਂ ਦੀ ਹੈਲਥ ਬਾਰੇ, ਉੱਥੇ ਉਹਨਾਂ ਨੂੰ ਸਿਹਤ ਨੂੰ ਕੀ ਪ੍ਰੋਬਲਮ ਆ ਰਹੀਆਂ ਨੇ। ਉਹ ਜਿਹੜੇ ਲੋਕ ਲੰਬਾ ਟਾਈਮ ਟਰੱਕਿੰਗ 'ਤੇ ਜਾਂਦੇ ਨੇ ਜਾਂ ਲੰਬਾ ਟਾਈਮ ਜੋਬ ਕਰਦੇ ਨੇਗੇ, ਉਹਨਾਂ ਨੂੰ ਫਰੈਸ਼ ਏਅਰ ਮਿਲ ਰਹੀ ਹੈ ਨਹੀਂ ਮਿਲ ਰਹੀ, ਉਹਨਾਂ ਨੂੰ ਦੱਸਣਾ ਵੀ ਤੁਸੀਂ ਨੇਚਰ ਦੇ ਜਿੰਨਾ ਨਜ਼ਦੀਕ ਰਹੋਗੇ ਉਨਾ ਕਾਮਯਾਬ, ਉਨਾ ਸਿਹਤਯਾਬ ਰਹੋਗੇ। ਦੇਖੋ, ਪਰਮਾਤਮਾ ਨਾ ਕਰੇ ਕੋਈ ਹੋਰ ਐਪੀਡੈਮਿਕ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਹੋਰ ਡਿਜ਼ੀਜ਼ ਆ ਗਈ ਤਾਂ ਸਾਡੇ ਤਾਂ ਲੋਕਾਂ ਦਾ ਬਹੁਤ ਨੁਕਸਾਨ ਹੋ ਜਾਏਗਾ। ਅੱਜ ਮੇਰੇ ਕੋਲ ਜੇ ਡੇਲੀ ਮੈਂ 50 ਮਰੀਜ਼ ਦੇਖਦਾ, 50 ਚੋਂ 10 ਮਰੀਜ਼ ਐਸੇ ਹੁੰਦੇ ਨੇ ਜਿਹੜੇ ਕਹਿੰਦੇ ਕਿ ਜੀ ਮੈਂ ਜਦੋਂ ਇਹ ਮੇਰੇ ਦਰਦ ਹੋਇਆ ਜਾਂ ਮੈਨੂੰ ਇਹ ਮੈਮਰੀ ਘਟ ਗਈ ਜਾਂ ਮੈਨੂੰ ਐਲਰਜੀ ਰਹਿਣੀ ਸ਼ੁਰੂ ਹੋ ਗਈ, ਜਦੋਂ ਦਾ ਜੀ ਇਹ ਕਰੋਨਾ ਆਇਆ ਨਾ, ਉਦੋਂ ਬਾਅਦ ਮੈਨੂੰ ਕਰੋਨਾ ਹੋਇਆ ਸੀ, ਉਦੋਂ ਬਾਅਦ ਪ੍ਰੋਬਲਮ ਸ਼ੁਰੂ ਹੋਈ ਹੈ। ਜੀ ਵੈਦ ਸਾਹਿਬ, ਮੈਂ ਇਹ ਗੱਲ ਕਰਨ ਵਾਲਾ ਹੀ ਸੀਗਾ। ਤੁਹਾਡੇ ਕੈਨੇਡਾ ਦਾ ਜਿਹੜਾ ਟੂਰ ਹੈਗਾ ਉਸ ਦੇ ਬਾਰੇ ਵੀ ਦੱਸਾਂਗੇ, ਅਤੇ ਖਾਸ ਤੌਰ ਦੇ ਉੱਤੇ ਜਿਵੇਂ ਹੁਣ ਅਸੀਂ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਬਾਹਰ ਪ੍ਰੋਸੈਸ ਹੋਇਆ ਫੂਡ ਜਾਂ ਫਿਰ ਪੈਕਡ ਫੂਡ, ਇਸ ਤਰ੍ਹਾਂ ਦਾ ਫੂਡ ਜਿਹੜਾ ਅਸੀਂ ਖਾਣਾ ਸ਼ੁਰੂ ਕਰ ਦਿੱਤਾ ਹੈ, ਅਤੇ ਬਾਹਰ ਤੇ ਇਹ ਚੱਲਣ ਬੜਾ ਆਮ ਹੈ। ਜਿਵੇਂ ਤੁਸੀਂ ਟਰੱਕਿੰਗ ਇੰਡਸਟਰੀ ਦੀ ਗੱਲ ਕੀਤੀ, ਜਦੋਂ ਟਰੈਵਲਿੰਗ ਦੇ ਵਿੱਚ ਹੁੰਦੇ ਨੇ ਜਿਹੜੇ ਟਰੱਕ ਡਰਾਈਵਰ ਸਪੈਸ਼ਲੀ, ਉਹਨਾਂ ਨੂੰ ਬਾਹਰੋਂ ਇੱਦਾਂ ਦੀਆਂ ਹੀ ਚੀਜ਼ਾਂ ਮਿਲਦੀਆਂ ਨੇ ਕਿ ਉਹ ਕੋਈ ਫਾਸਟ ਫੂਡ ਲੈ ਲੈਣ ਜਾਂ ਕੁਛ, ਤਾਂ ਉਹਦੇ ਵਿੱਚ ਜਿਹੜਾ ਫੂਡ ਹੁੰਦਾ ਹੈ, ਅਸੀਂ ਇਹਨਾਂ ਪ੍ਰੋਡਕਟਸ ਨੂੰ ਹੀ ਕਹਿ ਸਕਦੇ ਹਾਂ ਕਿ ਜਿਹੜੇ ਟੌਕਸਿਕ ਜਮ੍ਹਾਂ ਕਰਨ ਦੇ ਖਾਸ ਜ਼ਿੰਮੇਦਾਰ ਹੁੰਦੇ ਨੇ, ਜਾਂ ਫਿਰ ਹੋਰ ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਡੇ ਸਰੀਰ 'ਚ ਜਾ ਕੇ ਟੌਕਸਿਕ ਬਣਦੀਆਂ ਨੇ, ਜਿਸ ਤੋਂ ਇਹ ਡਿਜ਼ੀਜ਼ ਜਿਹੜੀ ਹੈ ਸ਼ੁਰੂ ਹੁੰਦੀ ਹੈ। ਆਪਾਂ ਪ੍ਰਜ਼ਰਵੇਟਿਵ ਫੂਡ ਨੂੰ ਹੀ ਇਕੱਲਾ ਦੋਸ਼ ਨਹੀਂ ਦੇ ਸਕਦੇ ਜੀ। ਆਪਾਂ ਚੰਡੀਗੜ੍ਹ ਵਰਗੇ ਸ਼ਹਿਰ 'ਚ ਰਹਿ ਰਹੇ ਹਾਂ, ਸਭ ਤੋਂ ਅੱਛਾ এনवायरमेंट ਹੈ, ਔਰ ਤੁਸੀਂ ਇਹ ਦੇਖੋ ਕਿ ਅਸੀਂ ਇੱਥੇ ਰਹਿ ਕੇ ਵੀ ਜੀ ਇਹੋ ਜਿਹੇ এনवायरमेंट 'ਚ ਰਹਿ ਕੇ ਵੀ, ਔਰ ਸਾਡੇ ਜਿਹੜੇ ਭੈਣ ਭਰਾ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਬੈਠੇ ਨੇ, ਇੰਗਲੈਂਡ ਬੈਠੇ ਨੇ, ਉੱਥੇ ਇਸ ਤੋਂ ਵੀ ਜ਼ਿਆਦਾ ਵਧੀਆ এনवायरमेंट ਹੈ। ਲੇਕਿਨ ਅਸੀਂ ਪਾਣੀ ਰਾਹੀਂ, ਹਵਾ ਰਾਹੀਂ ਇੱਕ ਦੂਜੇ ਦੀ ਜਿੱਥੇ ਗੈਦਰਿੰਗ 'ਚ ਜਾਂਦੇ ਹਾਂ, ਪਤਾ ਨਹੀਂ ਕਿੰਨੇ ਵਾਇਰਸ ਬੈਕਟੀਰੀਆ ਆਪਦੇ ਅੰਦਰ ਲੈ ਜਾਂਦੇ ਜੀ। ਉਹਦੇ ਕਰਕੇ ਕੋਈ ਪ੍ਰੋਬਲਮ ਨਹੀਂ ਹੁੰਦੀ। ਪ੍ਰੋਬਲਮ ਉਦੋਂ ਹੁੰਦੀ ਹੈ ਜਦੋਂ ਸਾਡੀ ਅੰਦਰਲੀ ਇਮਿਊਨਿਟੀ, ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਮੇਨ, ਜਦੋਂ ਸਾਡੀ ਅੰਦਰਲੀ ਇਮਿਊਨਿਟੀ ਡਾਊਨ ਹੁੰਦੀ ਹੈ, ਜਿਹੜੇ ਉਹ ਵਾਇਰਸ ਨੇ ਉਹ ਨੈਚੁਰਲ ਤਰੀਕੇ ਰਾਹੀਂ, ਬਾਥਰੂਮ ਰਾਹੀਂ, ਟੋਇਲਟ ਰਾਹੀਂ ਬਾਹਰ ਨਹੀਂ ਨਿਕਲਦੇ, ਬਾਡੀ ਉਹਨੂੰ ਨਲੀਫਾਈ ਨਹੀਂ ਕਰਦੀ, ਨਿਊਟਰਲਾਈਜ਼ ਨਹੀਂ ਕਰਦੀ, ਉਦੋਂ ਪ੍ਰੋਬਲਮ ਸ਼ੁਰੂ ਹੁੰਦੀ ਹੈ। ਉਹ ਚਾਹੇ ਪ੍ਰਜ਼ਰਵੇਟਿਵ ਫੂਡ ਵਾਲੇ ਟਰੱਕ ਵਾਲੇ ਸਾਡੇ ਭਰਾ ਹੋਣ, ਚਾਹੇ ਚੰਡੀਗੜ੍ਹ 'ਚ ਬੈਠੇ ਹੋਏ ਅਸੀਂ ਹੋਈਏ ਜਿਹੜੇ ਸਵੇਰ ਦਾ ਖਾਣਾ ਪੈਕ ਕਰਾ ਕੇ ਦੁਪਹਿਰੇ ਖਾਂਦੇ ਹਾਂ, ਸ਼ਾਮ ਨੂੰ ਖਾਂਦੇ ਹਾਂ। ਜਦ ਅਸੀਂ ਬਾਡੀ ਦੀ ਇਮਿਊਨਿਟੀ ਠੀਕ ਰੱਖਾਂਗੇ ਤਾਂ ਅਸੀਂ ਜਿਹੜਾ ਸਾਡਾ ਇਸ ਤਰ੍ਹਾਂ ਦਾ ਖਾਣਾ ਵੀ ਹੋਏਗਾ ਨਾ, ਉਹ ਵੀ ਸਾਨੂੰ ਆਰਾਮ ਨਾਲ ਡਾਈਜੈਸਟ ਹੋਏਗਾ। ਲੇਕਿਨ ਜਦੋਂ ਸਾਡੀ ਬਾਡੀ ਦਾ ਡਾਈਜੈਸਟਿਵ ਸਿਸਟਮ ਵੀਕ ਹੋ ਜਾਏਗਾ, ਸਾਰੀਆਂ ਪ੍ਰੋਬਲਮਾਂ ਸ਼ੁਰੂ ਇੱਥੋਂ ਹੁੰਦੀਆਂ ਨੇ। ਜੇ ਸਾਡਾ ਆਮ ਦਾ ਪਾਚਨ, ਖਾਣਾ ਠੀਕ ਸਾਡਾ ਹਜ਼ਮ ਹੋ ਰਹੇਗਾ ਤਾਂ ਸਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਹੋਏਗੀ। ਜਿਹੜੀ ਕੈਨੇਡਾ ਵਾਲੀ ਗੱਲ ਕਰੀਏ ਨਾ ਜੀ, ਮੈਂ 13 ਅਪ੍ਰੈਲ ਨੂੰ ਵੈਨਕੂਵਰ ਪਹੁੰਚ ਰਿਹਾ, ਔਰ ਮੈਂ 13 ਅਪ੍ਰੈਲ ਤੋਂ ਲੈ ਕੇ 25 ਅਪ੍ਰੈਲ ਤੱਕ ਵੈਨਕੂਵਰ ਸਰੀ ਰਹਾਂਗਾ। ਔਰ ਉੱਥੇ ਮੇਰਾ ਖਾਲਸਾ ਲਾਇਬ੍ਰੇਰੀ ਪੰਜਾਬ ਭਵਨ ਦੇ ਵਿੱਚ ਅਟਰੈਕਸ਼ਨ ਦਾ ਪ੍ਰੋਗਰਾਮ ਵੀ ਹੈ। ਮੈਂ ਆਪਣੇ ਦਰਸ਼ਕਾਂ ਨੂੰ, ਆਪਣੇ ਭੈਣ ਭਰਾਵਾਂ ਨੂੰ ਮਿਲਾਂਗਾ, ਦੁੱਖ ਦਰਦ ਆਯੁਰਵੇਦ ਬਾਰੇ ਮੈਂ ਜੋ ਉਹਨਾਂ ਨੂੰ ਅਵੇਅਰ ਕਰ ਸਕਿਆ ਉਹ ਹੀ ਕਰਾਂਗਾ। ਔਰ ਥੋੜ੍ਹਾ ਇਹ ਦੱਸਾਂਗੇ ਤੁਸੀਂ ਘਰੇ ਰਹਿ ਕੇ, ਜਿਵੇਂ ਆਪਾਂ ਆਪਣੇ ਪ੍ਰੋਗਰਾਮ ਵਿੱਚ ਹੀ ਦੱਸਦੇ ਹੁੰਦੇ ਹਾਂ, ਘਰੇ ਰਹਿ ਕੇ ਠੀਕ ਮਾਤਰਾ 'ਚ ਪਾਣੀ, ਠੀਕ ਮਾਤਰਾ 'ਚ ਦੁੱਧ, ਘੀ ਖਾ ਕੇ ਅਸੀਂ ਕਿਵੇਂ ਆਪਣੇ ਨੂੰ ਸਿਹਤਯਾਬ ਰੱਖ ਸਕਦੇ ਹਾਂ, ਇਹ ਉਹਨਾਂ ਨੂੰ ਮੈਂ ਦੱਸਾਂਗਾ। ਉਸ ਤੋਂ ਬਾਅਦ ਫਿਰ ਮੈਂ 26 ਤਰੀਕ ਨੂੰ ਟੋਰਾਂਟੋ ਆ ਜਾਵਾਂਗਾ, ਅਤੇ 26 ਤਰੀਕ ਤੋਂ ਲੈ ਕੇ ਮੈਂ 8 ਮਈ ਤੱਕ ਜਿਹੜਾ ਹੈ ਉਹ ਟੋਰਾਂਟੋ ਅਤੇ ਬਰੈਂਪਟਨ ਦੇ ਵਿੱਚ ਰਹਾਂਗਾ। ਉੱਥੇ ਮੇਰਾ ਇਹੀ ਪ੍ਰੋਗਰਾਮ ਹੈ, ਕਿਉਂਕਿ ਨਾ ਦੇਖੋ ਕਾਫੀ ਮੇਰੀਆਂ ਮੈਡੀਸਨ ਕੈਨੇਡਾ
ਸਾਰੇ ਬਾਹਰਲੇ ਮੁਲਕਾਂ 'ਚ ਜਾਂਦੀਆਂ ਨੇ ਜੀ ਤੇ ਕਾਫੀ ਦੇਰ ਤੋਂ ਲੋਕ ਮੇਰੇ ਕਹਿ ਰਹੇ ਸੀ ਕਿ ਜੀ ਮੈਂ ਆਪਦੇ ਮਦਰ ਨੂੰ ਦਿਖਾਉਣਾ ਹੈ, ਮੈਂ ਆਪਦੇ ਫਾਦਰ ਨੂੰ ਦਿਖਾਉਣਾ ਹੈ, ਮੈਂ ਆਪਦੀ ਸਿਸਟਰ ਨੂੰ ਦਿਖਾਉਣਾ ਹੈ, ਮੈਂ ਆਪਣੀ ਨਾੜੀ ਚੈੱਕ ਕਰਾਉਣੀ ਹੈ। ਤੇ ਮੈਂ ਇਹਨਾਂ ਨੂੰ ਪ੍ਰੋਮਿਸ ਕਰਦਾ ਸੀ ਮੈਂ ਜਲਦੀ ਚੱਕਰ ਲਗਾਵਾਂਗਾ। ਜੀ ਔਰ ਵਿੱਚ ਕੋਵਿਡ ਆ ਗਿਆ, ਕੋਈ ਨਾ ਕੋਈ ਪ੍ਰੋਬਲਮ ਆਉਂਦੀਆਂ ਰਹੀਆਂ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗਾ ਵੀ ਸਾਰੀ ਸ੍ਰਿਸ਼ਟੀ 'ਤੇ ਕੋਈ ਇਸ ਤਰ੍ਹਾਂ ਦਾ ਐਪੀਡੈਮਿਕ ਨਾ ਆਵੇ ਔਰ ਇਹ ਜਿਹੜਾ ਦੌਰ ਹੈ ਮੇਰਾ ਉਹ ਸਾਰਿਆਂ ਨੂੰ ਮੈਂ ਜਿੰਨਾ ਵੀ ਮੈਂ ਲੋਕਾਂ ਨੂੰ ਮਿਲ ਸਕਿਆ ਔਰ ਜ਼ਰੂਰ ਮਿਲਾਂਗਾ। ਔਰ ਮੈਂ ਪਹਿਲਾਂ ਹੀ ਪ੍ਰੋਮਿਸ ਕਰਦਾ ਕਿ ਮੈਂ ਇੱਥੇ ਨਾ ਕਾਫੀ ਜ਼ਿਆਦਾ ਹਲਕਾ ਮਹਿਸੂਸ ਕਰਦੇ ਹਾਂ। ਮੇਰੇ ਦੋਨੋਂ ਬੱਚੇ ਅੱਛੇ ਪੇਸ਼ੈਂਟ ਸਾਰੇ ਸੰਭਾਲ ਰਹੇ ਨੇ। 6 ਮਹੀਨੇ ਸਾਲ ਦੇ ਵਿੱਚ ਮੈਂ ਜ਼ਰੂਰ ਉੱਥੇ ਜਾ ਕੇ ਆਪਣੇ ਦਰਸ਼ਕਾਂ ਨੂੰ ਮਿਲਿਆ ਕਰਾਂਗਾ। ਬਹੁਤ ਵਧੀਆ ਜਿਹੜਾ ਤੁਹਾਡੇ ਵੱਲੋਂ ਇਹ ਇੱਕ ਕਦਮ ਚੁੱਕਿਆ ਗਿਆ, ਕਿਉਂਕਿ ਜਿਹੜੇ ਦਰਸ਼ਕ ਸਾਨੂੰ ਬਾਹਰੋਂ ਸੁਣਦੇ ਨੇ ਉਹ ਸਿਰਫ ਸੁਣ ਕੇ ਹੀ ਆਪਣਾ ਟ੍ਰੀਟਮੈਂਟ ਜਾਂ ਤੁਹਾਡੇ ਨਾਲ ਕਾਲ ਤੇ ਗੱਲ ਕਰਕੇ, ਹਾਲਾਂਕਿ ਵੇ ਆਊਟ ਟੈਕਨੋਲੋਜੀ ਨੇ ਬਹੁਤ ਆਸਾਨ ਕਰਤੇ, ਬਹੁਤ ਕੁਝ ਈਜ਼ੀ ਹੁੰਦਾ, ਪਰ ਆਯੁਰਵੇਦ ਦਾ ਇੱਕ ਜਿਹੜਾ ਸਿਧਾਂਤ ਹੈਗਾ ਕਿ ਨਾੜੀ ਦੇਖ ਕੇ ਔਰ ਤੁਸੀਂ ਹੋਰ ਵੀ ਜਿਹੜੇ ਪ੍ਰੋਸੈਸ ਹੈਗੇ ਮੈਂ ਚਾਹਾਂਗਾ ਉਹ ਤੁਸੀਂ ਦੇਖੋ ਜੀ ਨਾੜੀ ਪ੍ਰੀਖਿਆ ਦੇ ਨਾਲ ਨਾਲ ਨਾ ਸ਼ੇਖਰ ਜੀ ਸਪਰਸ਼ ਪ੍ਰੀਖਿਆ ਦੇਖੋ ਅਸੀਂ ਜਦੋਂ ਬਾਡੀ ਨੂੰ ਹੱਥ ਲਗਾਉਂਦੇ ਆ ਸਪਰਸ਼ ਪ੍ਰੀਖਿਆ ਸਾਨੂੰ ਪਤਾ ਲੱਗਦਾ ਹੈਗਾ, ਫੋਰਹੈਡ ਨੂੰ ਦੇਖਦੇ ਆ। ਫਿਰ ਸਾਡਾ ਜਿਹੜਾ ਇਹ ਫੇਸ ਹੈ ਨਾ ਜੀ ਇਹ ਮਿਰਰ ਸ਼ੀਸ਼ੇ ਦਾ ਕੰਮ ਕਰਦਾ ਹੈ। ਸਾਡੇ ਅੰਦਰ ਜਿਹੜੇ ਔਰਗਨ ਨੇ ਕਿਵੇਂ ਚੱਲ ਰਹੇ ਨੇਗੇ, ਸਾਡੇ ਅੰਦਰ ਅਗਰ ਮੰਨ ਲਓ ਹਾਰਟ ਪ੍ਰੋਬਲਮ ਹੈ ਉਹ ਫੇਸ 'ਤੇ ਆਏਗੀ, ਡਰਾਈਨੈਸ ਹੈ ਉਹ ਫੇਸ 'ਤੇ ਆਏਗੀ, ਪੇਟ ਸਾਫ਼ ਨਹੀਂ ਆ ਰਿਹਾ ਉਹ ਜੀਭਾ ਇੰਦਰੀ 'ਤੇ ਆਏਗੀ, ਅਗਰ ਮਸੂੜਿਆਂ ਵਿੱਚ ਪਾਇਰੀਆ ਬਣਿਆ ਹੈਗਾ ਉਹ ਦੱਸੇਗਾ, ਕਫ ਦੀ ਪ੍ਰੋਬਲਮ ਹੈ ਉਹ ਸਾਡਾ ਗਲਾ ਦੱਸੇਗਾ। ਮਤਲਬ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੋ ਪੇਸ਼ੈਂਟ ਨੂੰ ਦੇਖ ਕੇ ਸਪਰਸ਼ ਪ੍ਰੀਖਿਆ, ਨਾੜੀ ਪ੍ਰੀਖਿਆ, ਹਿਸਟਰੀ ਲੈ ਕੇ ਜੋ ਅਸੀਂ ਡਾਇਗਨੋਸ ਕਰ ਸਕਦੇ ਹਾਂ। ਅਤੇ ਮੇਰੀ ਕੋਸ਼ਿਸ਼ ਹੋਏਗੀ ਕਿ ਉਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਮੈਂ ਉੱਥੇ ਮਿਲ ਕੇ ਆਵਾਂ ਔਰ ਜਿੰਨੀਆਂ ਵੀ ਮੈਨੂੰ ਪਰਮਾਤਮਾ ਨੇ ਬਖਸ਼ਿਸ਼ ਕਰੀ ਹੈ। ਸ਼ੇਖਰ ਜੀ ਮੈਨੂੰ ਬੜਾ ਅੱਛਾ ਲੱਗਦਾ ਜਦੋਂ ਉੱਧਰੋਂ ਪੇਸ਼ੈਂਟ ਆਉਂਦੇ ਨੇ ਔਰ ਆ ਕੇ ਮੈਨੂੰ ਇਹ ਦੱਸਦੇ ਨੇ ਨਾ ਵੀ ਜੀ ਅਸੀਂ ਤੁਹਾਨੂੰ ਹਮਦਰਦ TV ਦੇ ਉੱਪਰ ਪਿਛਲੇ 4 ਸਾਲ ਤੋਂ 5 ਸਾਲ ਤੋਂ ਸੁਣ ਰਹੇ ਹਾਂ ਔਰ ਅਸੀਂ ਤੁਹਾਡੇ ਸਾਰੇ ਨੁਸਖੇ ਇੱਕ ਡਾਇਰੀ 'ਤੇ ਨੋਟ ਕੀਤੇ ਹੋਏ ਨੇ ਜੀ ਔਰ ਅਸੀਂ ਪਤਾ ਨਹੀਂ ਕਿੰਨੀ ਜਗ੍ਹਾ ਤੁਹਾਡੇ ਉਹ ਨੁਸਖੇ ਸ਼ੇਅਰ ਕਰਦੇ ਹਾਂ ਔਰ ਲੋਕ ਠੀਕ ਹੁੰਦੇ ਨੇ। ਔਰ ਤੁਸੀਂ ਆਪਣੇ ਪ੍ਰੋਗਰਾਮ 'ਤੇ ਵੀ ਦੇਖਿਆ ਵੀ ਕਿੰਨੇ ਲੋਕਾਂ ਦੇ ਫੋਨ ਆਉਂਦੇ ਨੇ ਵੀ ਵੈਦ ਜੀ ਤੁਸੀਂ ਸਾਨੂੰ ਦੱਸਿਆ ਸੀ ਅਸੀਂ ਠੀਕ ਹੋ ਗਏ ਆਂਗੇ। ਸੋ ਇਹੀ ਇੱਕ ਸਾਡਾ ਮੇਨ ਏਮ ਹੈ। ਜੇ ਮੈਨੂੰ ਦੇਖੋ ਜੇ ਮੈਂ ਵੈਦ ਬਣਿਆ ਨਾ, ਮਾਂ ਬਾਪ ਆਪਣੀ ਮਿਹਨਤ ਦੇ ਨਾਲ ਨਾਲ ਸਮਾਜ ਦਾ ਵੀ ਇੱਕ ਰੋਲ ਹੁੰਦਾ ਹੈਗਾ ਜਿਸ ਸਮਾਜ ਵਿੱਚ ਤੁਸੀਂ ਵੱਡੇ ਹੋਏ ਹੋਗੇ, ਜਿਸ ਸਮਾਜ ਵਿੱਚ ਤੁਸੀਂ ਜਾ ਕੇ ਡਿਗਰੀ ਕੀਤੀ ਹੈ, ਪੜ੍ਹੇ ਹੋ, ਲੋਕ ਆ ਰਹੇ ਨੇ ਮਿਲ ਰਹੇ ਹੋ, ਉਹਨਾਂ ਤੋਂ ਤੁਸੀਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈਗਾ। ਤਾਂ ਇਹ ਉਹ ਸਮਾਜ ਨੂੰ ਅਗਰ ਅਸੀਂ ਥੋੜ੍ਹਾ ਜਿਹਾ ਵੀ ਕੋਈ ਕੰਟਰੀਬਿਊਟ ਕਰ ਸਕੀਏ, ਉਸ ਸਮਾਜ ਦੀ ਸਿਹਤ ਵਾਸਤੇ ਅਸੀਂ ਕੁਛ ਵੀ ਕੰਟਰੀਬਿਊਟ ਕਰ ਸਕੀਏ, ਇਸ ਯਾਦ ਨੂੰ ਬਹੁਤ ਲੱਕੀ ਸਮਝਦੇ ਹਾਂ। ਕਿਆ ਬਾਤ ਹੈ। ਔਰ ਦਰਸ਼ਕਾਂ ਕੋਲ ਇੱਕ ਚੰਗਾ ਮੌਕਾ ਹੈ ਔਰ ਸਕਰੀਨ ਦੇ ਉੱਤੇ ਨੰਬਰ ਜਿਹੜਾ ਵੈਦ ਸਾਹਿਬ ਦਾ ਫਲੈਸ਼ ਹੋ ਰਿਹਾ, ਜਿਹੜਾ ਇੰਡੀਆ ਦਾ ਹੈ ਉਹ ਵੀ ਹੈ ਅਤੇ ਜਿਹੜਾ ਕੈਨੇਡਾ ਦੇ ਵਿੱਚ ਜਿਸ ਦੇ ਉੱਤੇ WhatsApp ਦੇ ਉੱਤੇ ਜਾਂ ਡਾਇਰੈਕਟ ਕਾਲ ਦੇ ਉੱਤੇ ਅਵੇਲੇਬਲ ਹੋਣਗੇ ਉਹ ਨੰਬਰ ਵੀ ਜਿਹੜਾ ਹੈ ਸਕਰੀਨ ਦੇ ਉੱਤੇ ਹੈ, ਤਾਂ ਤੁਸੀਂ ਇਹ ਨੋਟ ਕਰ ਸਕਦੇ ਹੋ। ਵੈਦ ਸਾਹਿਬ ਦੇ ਨਾਮ ਦੇ ਬਿਲਕੁਲ ਨੀਚੇ ਲਿਖਿਆ। ਸੋ ਇਸ ਨੂੰ ਨੋਟ ਕਰ ਲਓ ਅਤੇ ਤੁਹਾਨੂੰ ਪ੍ਰੋਗਰਾਮ ਦੱਸ ਦਿੱਤਾ ਹੈ ਕਿ 13 ਅਪ੍ਰੈਲ ਤੋਂ ਲੈ ਕੇ 8 ਮਈ ਤੱਕ ਕੈਨੇਡਾ ਦੇ ਵਿੱਚ ਵੈਦ ਸਾਹਿਬ ਜਿਹੜੇ ਨੇ ਅਵੇਲੇਬਲ ਹੋਣਗੇ। ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਔਰ ਅੱਗੇ ਟਰੀਟਮੈਂਟ ਵੀ ਲੈ ਸਕਦੇ ਹੋ। ਵੈਦ ਸਾਹਿਬ ਜਿਵੇਂ ਹੁਣ ਘਰੇਲੂ ਨੁਸਖੇ ਦੀ ਗੱਲ ਕਰੀਏ, ਸੋ ਕੀ ਇੱਦਾਂ ਦਾ ਨੁਸਖਾ ਤੁਸੀਂ ਦੱਸੋਗੇ ਕਿ ਲੋਕ ਆਟੋ ਇਮਿਊਨ ਡਿਜ਼ੀਜ਼ ਨੂੰ ਸ਼ੁਰੂ ਹੋਣ ਤੋਂ ਰੋਕ ਸਕਣ, ਜਾਂ ਫਿਰ ਜਦੋਂ ਡਾਇਗਨੋਜ਼ ਹੋ ਗਈ ਹੈ ਤਾਂ ਉਹ ਆਪਣਾ ਅਗਰ ਜਦੋਂ ਤੱਕ ਤੁਹਾਡੇ ਕੋਲ ਪੰਚਕਰਮਾ ਦੇ ਲਈ ਨਹੀਂ ਪਹੁੰਚ ਸਕਦੇ ਉਦੋਂ ਤੱਕ ਥੋੜ੍ਹਾ ਆਪਣਾ ਖਾਣਾ ਪੀਣਾ ਬੈਲੈਂਸ ਕਰ ਸਕਣ ਜਾਂ ਫਿਰ ਟਰੀਟਮੈਂਟ ਲੈ ਸਕਣ? ਬੋਡੀ ਨੂੰ ਸਟਰੋਂਗ ਕਰਨ ਲਈ, ਬੋਡੀ ਦੇ ਮਸਕੂਲਰ ਸਿਸਟਮ, ਨਰਵਸ ਸਿਸਟਮ ਨੂੰ ਸਟਰੋਂਗ ਕਰਨ ਵਾਸਤੇ ਅਸਗੰਧ, ਸ਼ਤਾਵਰ, ਸ਼ਿਲਾਜੀਤ ਇਹ ਉਹ ਬੈਸਟ ਚੀਜ਼ਾਂ ਨੇਗੀਆਂ। ਪਰ ਜੇ ਮੈਂ ਦੱਸਿਆ ਡਸਟਬਿਨ ਵਾਂਗੂ ਅੰਦਰ ਨਹੀਂ ਸਿੱਟਣੀਆਂ। ਆਪਦੇ ਡਾਈਜੈਸ਼ਨ ਨੂੰ ਪਹਿਲਾਂ ਸਟਰੋਂਗ ਕਰੋ। ਆਪਣੇ ਡਾਈਜੈਸ਼ਨ ਨੂੰ ਸਟਰੋਂਗ ਕਰਨ ਵਾਸਤੇ ਸਾਡਾ ਸ਼ੀਤ ਧਾਰਾ ਬਹੁਤ ਇਫੈਕਟਿਵ ਹੈ ਜੀ। ਸਾਡੀਆਂ ਅਸੀਂ ਦਵਾਈਆਂ ਬਹੁਤ ਮਿਹਨਤ ਨਾਲ ਤਿਆਰ ਕਰਦੇ ਹਾਂ ਸ਼ੇਖਰ ਜੀ। ਅਤੇ ਇਸ ਤਰ੍ਹਾਂ ਜੇ ਤੁਸੀਂ ਤੁਹਾਨੂੰ ਸ਼ੀਤ ਧਾਰਾ ਨਹੀਂ ਵੀ ਅਵੇਲੇਬਲ ਹੈਗਾ ਤਾਂ ਤੁਸੀਂ ਬਹੁਤ ਧਨੀਆ, ਪੁਦੀਨਾ, ਜੀਰਾ, ਸੌਂਫ ਇਹਨਾਂ ਨੂੰ ਪਾਣੀ 'ਚ ਬੋਇਲ ਕਰਕੇ ਆਪਦੇ ਡਾਈਜੈਸ਼ਨ ਨੂੰ ਸਟਰੋਂਗ ਕਰੋ, ਆਪਦੀ ਅਬਜ਼ੋਰਪਸ਼ਨ ਨੂੰ ਵਧਾਓ। ਉਦੋਂ ਬਾਅਦ ਤੁਸੀਂ ਸ਼ਿਲਾਜੀਤ ਇਹ ਸੀਮਿਤ ਮਾਤਰਾ 'ਚ ਅਸਗੰਧ ਪਾਊਡਰ ਲੈ ਰਹੇ ਹੋ, ਕੈਪਸੂਲ ਲੈ ਰਹੇ ਹੋ, ਉਹ ਤੁਸੀਂ ਦੇਖ ਕੇ ਚਿਕਿਤਸਕ ਦੀ ਰਾਏ ਨਾਲ ਕੋਈ ਵੀ ਕੰਮ ਕਰਨਾ ਉਹ ਕੁਆਲੀਫਾਈਡ ਚਿਕਿਤਸਕ ਡਾਕਟਰ ਦੀ ਰਾਏ ਨਾਲ ਲਓ ਤਾਂ ਤੁਸੀਂ ਇਮੀਡੀਏਟਲੀ ਠੀਕ ਹੋਣਾ ਸ਼ੁਰੂ ਹੋ ਜਾਓਗੇ। ਕਿਆ ਬਾਤ ਹੈ। ਔਰ ਅਗਰ ਕਿਉਂਕਿ ਜਿਵੇਂ ਤੁਸੀਂ ਸ਼ਿਲਾਜੀਤ ਦੀ ਗੱਲ ਕਰ ਰਹੇ ਹੋ ਜਾਂ ਆਯੁਰਵੈਦਿਕ ਜਿੰਨੇ ਵੀ ਪ੍ਰੋਡਕਟ ਨੇ ਜਾਂ ਮੈਡੀਸਿਨਸ ਨੇ ਉਹਨਾਂ ਦੇ ਉੱਤੇ ਵੀ ਲੋਕਾਂ ਨੂੰ ਕਿਉਂਕਿ ਡਾਊਟ ਰਹਿੰਦਾ, ਹਰ ਕਿਸੇ ਨੂੰ ਪਹਿਚਾਣ ਨਹੀਂ ਹੁੰਦੀ, ਤਾਂ ਚੰਡੀਗੜ੍ਹ ਆਯੁਰਵੇਦ ਤੋਂ ਅਗਰ ਚੰਡੀਗੜ੍ਹ ਆਯੁਰਵੇਦ ਸੈਂਟਰ ਤੋਂ ਅਗਰ ਕਿਸੇ ਨੇ ਆਰਡਰ ਕਰਨਾ ਹੋਵੇ, ਇਹ ਚੀਜ਼ਾਂ ਮੰਗਾਉਣੀਆਂ ਹੋਣ ਤਾਂ ਕਿਸ ਤਰੀਕੇ ਦੇ ਨਾਲ ਜਿਹੜੇ ਲੋਕੀ ਆਰਡਰ ਕਰ ਸਕਦੇ ਨੇ ਔਰ ਕਿੱਦਾਂ ਉਹਨਾਂ ਕੋਲੇ ਪਹੁੰਚਦਾ? ਸਾਡੇ ਚੰਡੀਗੜ੍ਹ ਆਯੁਰਵੇਦ ਸੈਂਟਰ ਵੱਲੋਂ ਜੀ ਪਹਿਲੀ ਗੱਲ ਤਾਂ ਕਿ ਉਹਨਾਂ ਨੂੰ ਕੋਈ ਡਾਊਟ ਨਾ ਹੋਵੇ। ਸਾਡੇ ਹਰੇਕ
ਮੈਡੀਸਨ ਜਿਹੜੀ ਉਹ ਬਕਾਇਦਾ ਅਪਰੂਵਡ ਹੈ ਗਵਰਨਮੈਂਟ ਵੱਲੋਂ ਜੀ ਔਰ ਹਰੇਕ ਮੈਡੀਸਨ ਦੇ ਉੱਪਰ QR ਕੋਡ ਲੱਗਿਆ ਹੁੰਦਾ ਹੈਗਾ। ਉਹਦੇ 'ਚ ਕੀ ਇਨਗਰੀਡੀਐਂਟਸ ਨੇ, ਕੀ ਉਹਦਾ ਇਫੈਕਟਿਵਨੈਸ ਹੈ, ਕਿੰਨੇ ਕੁ ਮਰੀਜ਼ਾਂ ਨੂੰ ਅਸੀਂ ਦੇ ਚੁੱਕੇ ਹਾਂ, ਉਹਦੇ ਸਾਰਾ ਕੁਝ ਡਿਟੇਲ ਹੈ ਜੀ। ਨੰਬਰ 1। ਪੇਸ਼ੈਂਟ ਨੇ ਖਰੀਦਣਾ ਚਾਹੁੰਦੇ ਨੇ, ਅਸੀਂ ਹਰੇਕ ਆਪਸ਼ਨ ਖੁੱਲੀ ਰੱਖੀ ਹੋਈ ਹੈ। ਐਮਾਜ਼ੋਨ, ਫਲਿੱਪਕਾਰਟ, ਟਾਟਾ AMG ਔਰ ਤੁਸੀਂ ਸਪੀਡ ਪੋਸਟ 'ਤੇ DHL DTC ਕਿਸੇ ਵੀ ਤਰੀਕੇ ਨਾਲ ਸਾਡੀ ਉਹਤੇ ਜਾ ਕੇ ਆਰਡਰ ਕਰ ਸਕਦੇ ਹੋ। ਔਰ ਡੇਲੀ ਆਰਡਰ ਜਾ ਰਹੇ ਨੇ ਜੀ ਮੇਰੇ ਫ਼ੋਨ 'ਤੇ, ਮੇਰੇ ਬੇਟੇ ਦੇ ਫ਼ੋਨ 'ਤੇ। ਮੈਨੂੰ ਜਿਹੜੇ ਸਾਡੇ ਪੁਰਾਣੇ ਪੇਸ਼ੈਂਟ ਨੇਗੇ ਹੈ ਜੀ, ਉਹ ਸਾਨੂੰ ਉੱਥੋਂ ਜਿਹੜਾ ਹੈ ਉਹ ਗੱਲ ਕਰਦੇ ਨੇ, ਨਾਲ WhatsApp ਕਰ ਦਿੰਦੇ ਨੇ, ਐਡਰੈਸ ਭੇਜਦੇ ਨੇ, ਉਹ ਦਵਾਈਆਂ ਜਿਹੜੀ ਜਾ ਰਹੀਆਂ ਨੇ। ਮਤਲਬ ਕਿ ਕੋਈ ਪ੍ਰੋਬਲਮ ਨਹੀਂ ਹੈ ਅੱਜ ਕੱਲ੍ਹ। ਹੁਣ ਪਹਿਲਾਂ ਵਾਲਾ ਜ਼ਮਾਨਾ ਨਹੀਂ ਹੈ। ਅਮਰੀਕਾ 4 ਦਿਨ ਦਵਾਈ ਪਹੁੰਚ ਜਾਂਦੀ ਹੈ, ਇੰਗਲੈਂਡ 4 ਦਿਨ ਦਵਾਈ ਪਹੁੰਚ ਜਾਂਦੀ ਹੈ, ਕੈਨੇਡਾ ਵਿੱਚ ਹਫ਼ਤੇ ਦਵਾਈ ਪਹੁੰਚ ਜਾਂਦੀ ਹੈ। ਕਈ ਵਾਰ ਕੋਈ 100 'ਚ 1-2 ਜਿਹੜਾ ਕੋਰੀਅਰ ਹੈ ਉਹਨੂੰ 15 ਦਿਨ ਵੀ ਲੱਗ ਜਾਂਦੇ ਨੇਗੇ। ਮਤਲਬ ਕਿ ਕੋਈ ਐਸੀ ਗੱਲ ਨਹੀਂ ਹੈ। USA ਤੋਂ ਲੈ ਕੇ ਹਰੇਕ ਨਿਊਜ਼ੀਲੈਂਡ, ਹਰੇਕ ਕੰਟਰੀ ਦੇ ਵਿੱਚ ਜਿਹੜੀ ਹੈ ਉਹ ਸਾਡੀ ਮੈਡੀਸਨ ਜਾ ਰਹੀ ਹੈ, ਕਿਉਂਕਿ ਅਸੀਂ ਐਕਸਪੋਰਟ ਵਾਸਤੇ ਜਿੰਨੇ ਵੀ ਲਾਇਸੈਂਸ ਨੇ ਉਹ ਸਭ ਗਵਰਨਮੈਂਟ ਦੇ ਲਏ ਹੋਏ ਨੇ। ਕੀ ਬਾਤ ਹੈ। ਸੋ ਵੈਦ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਔਰ ਮੇਰੇ ਖਿਆਲ ਨਾਲ ਦਰਸ਼ਕਾਂ ਨੂੰ ਵੀ ਹਰ ਇੱਕ ਚੀਜ਼ ਦੀ ਡਿਟੇਲ ਵੀ ਮਿਲ ਗਈ ਹੋਏਗੀ ਔਰ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ। ਇਹ ਚੰਗਾ ਮੌਕਾ ਹੈ ਕਿ ਕੈਨੇਡਾ ਦੇ ਵਿੱਚ ਤੁਸੀਂ ਵੈਦ ਸਾਹਿਬ ਨੂੰ ਮਿਲ ਵੀ ਸਕਦੇ ਹੋ। ਸੋ ਆਪਣਾ ਪ੍ਰੋਗਰਾਮ ਜਿਹੜਾ ਹੈ ਉਹ ਬਣਾ ਲਿਆ ਜਾਵੇ ਅਤੇ ਵੈਦ ਸਾਹਿਬ ਦਾ ਨੰਬਰ ਜਿਹੜਾ ਉਹਨਾਂ ਦੇ ਨਾਮ ਦੇ ਨੀਚੇ ਹੈ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰਕੇ ਟਾਈਮ ਫਿਕਸ ਕਰ ਸਕਦੇ ਹੋ ਕਿ ਕਦੋਂ ਮਿਲ ਸਕਦੇ ਆ। ਵੈਦ ਸਾਹਿਬ ਕੁਝ ਕਹਿਣਾ ਚਾਹੋਗੇ ਵੈਦ ਸਾਹਿਬ, ਜੋ ਕੋਈ ਗੱਲ ਰਹਿ ਗਈ? ਨਹੀਂ, ਮੈਂ ਸਿਰਫ ਇਹੀ ਗੱਲ ਕਹਿਣਾ ਚਾਹਾਂਗਾ, ਤੁਸੀਂ ਮੇਰੇ ਲਈ ਬੜੇ ਲੱਕੀ ਹੋ ਕਿ ਤੁਸੀਂ ਮੇਰੇ ਸੈਂਟਰ 'ਤੇ ਆਏ ਹੋ। ਤੁਸੀਂ ਜਾਂਦੇ ਹੋਏ ਨਾ ਮੇਰੇ ਥੋੜ੍ਹਾ ਡਿਸਪੈਂਸਰੀ ਦੇ ਜਿਹੜੇ ਪੰਚਕਰਮਾ ਦੇ ਸਾਡੇ ਥੈਰੇਪੀ ਦੇ ਰੂਮ ਨੇਗੇ ਹੈ ਜੀ, ਉਹਨਾਂ ਦੇ ਅਤੇ ਸਾਡੀ ਰਿਸੈਪਸ਼ਨ ਦਾ ਜ਼ਰੂਰ ਥੋੜ੍ਹਾ ਜਿਹਾ ਝਾਤ ਮਾਰ ਕੇ ਸਾਡੇ ਦਰਸ਼ਕਾਂ ਨੂੰ ਦਿਖਾਇਓ, ਤਾਂ ਕਿ ਇਸ ਤਰ੍ਹਾਂ ਦੇ ਆਯੁਰਵੇਦ ਸੈਂਟਰ ਨੇਗੇ। ਕੋਈ ਪਹਿਲਾਂ ਕਿਉਂਕਿ ਨਾ ਆਮ ਤੌਰ 'ਤੇ ਹੁੰਦਾ ਸੀ ਇੰਪਰੈਸ਼ਨ ਵੀ ਆਯੁਰਵੇਦ ਡਾਕਟਰ ਹੋਏਗਾ ਤਾਂ ਕੋਈ ਪੁਰਾਣਾ ਜਾਂ ਟੁੱਟਿਆ ਜਾਂ ਕੋਈ ਟੇਬਲ ਹੋਏਗਾ, ਉਹ ਗੱਲਾਂ ਨਹੀਂ ਹੈਗੀਆਂ। ਅੱਜ ਬੜਾ ਹਾਈਟੈਕ ਵੀ ਨੇ, ਮੇਰੇ ਬੱਚੇ ਬਹੁਤ ਹਾਈਟੈਕ ਨੇ, ਦੋਨੋਂ ਪੋਸਟ ਗ੍ਰੈਜੂਏਟ ਨੇਗੇ ਔਰ ਅਸੀਂ 4 ਪੀੜ੍ਹੀਆਂ ਤੋਂ ਅਗਰ ਚਿਕਿਤਸਾ ਕਰ ਰਹੇ ਹਾਂ ਨਾ, ਕਿਸੇ ਕੌਨਫੀਡੈਂਸ ਨਾਲ ਚਿਕਿਤਸਾ ਕਰ ਰਹੇ ਹਾਂਗੇ। ਇਹ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਾਂਗਾ ਵੀ ਜਾਂਦੇ ਸਾਡੀ ਕਲਿੱਪਿੰਗ ਜ਼ਰੂਰ ਲੈ। ਤੇ ਅਸੀਂ ਫਿਰ ਦੇਰ ਕਿਉਂ ਕਰਨੀ ਹੈ, ਅਸੀਂ ਨਾਲ ਹੀ ਦਰਸ਼ਕਾਂ ਨੂੰ ਜਿਹੜਾ ਦਿਖਾਉਣਾ ਸ਼ੁਰੂ ਕਰਦੇ ਹਾਂ। ਆਓ ਤੁਸੀਂ ਸਾਨੂੰ ਨਾਲੇ ਦੱਸਿਓ ਕਿ ਕਿਹੜੀ ਜਗ੍ਹਾ ਦੇ ਉੱਤੇ ਕੀ ਹੁੰਦਾ ਤੇ ਦਰਸ਼ਕ ਵੀ ਦੇਖਣਗੇ, ਤਾਂ ਆਓ ਫਿਰ ਦਿਖਾਉਂਦੇ। ਹਾਂਜੀ ਹਾਂਜੀ, ਦੇਖੋ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਸੀ, ਹੁਣ ਸਾਡੀ ਇਹ ਡਿਸਪੈਂਸਰੀ ਹੈ। ਇਹ ਅਸੀਂ ਸਾਡੇ ਸਟੋਰ 'ਚੋਂ ਕੱਢ ਕੇ ਜਿਹੜੀਆਂ ਪਹਿਲਾਂ ਇੱਥੇ ਡਿਸਪੈਂਸਰੀ 'ਚੋਂ ਇਮੀਡੀਏਟਲੀ ਦੇ ਦਿੰਦੇ ਹਾਂਗੇ। ਹੁਣ ਇਹ ਸਟਾਪ ਬਲੀਡਿੰਗ ਹੈ ਜੀ, ਬਲੱਡ ਨੂੰ ਰੋਕਣ ਵਾਸਤੇ ਦੇਖੋ QR ਕੋਡ ਲੱਗਿਆ ਹੋਏਗਾ। ਹੁਣ ਜੇ ਤੁਸੀਂ ਇਹਨੂੰ ਸਕੈਨ ਕਰੋਗੇ ਆਪਦੇ ਫੋਨ ਨਾਲ ਤਾਂ ਤੁਹਾਨੂੰ ਇਹਦੇ 'ਚ ਕੀ ਇਨਗਰੀਡੀਐਂਟਸ ਨੇ, ਵੈਸੇ ਇਹਦੇ ਉੱਪਰ ਵੀ ਲਿਖਿਆ ਹੋਏਗਾ, ਲੇਕਿਨ ਕੀ ਇਨਗਰੀਡੀਐਂਟਸ ਨੇ, ਕਾਹਦੇ ਵਾਸਤੇ ਹੈ, ਨਾਲ ਤੁਹਾਨੂੰ ਇਹਦਾ ਲਿੰਕ ਖੁੱਲ੍ਹ ਜਾਏਗਾ, ਸਾਡੀ ਵੈਬਸਾਈਟ ਖੁੱਲ੍ਹ ਜਾਏਗੀ। ਜਿੰਨੀਆਂ ਵੀ ਮੈਡੀਸਨ, ਜੇ ਹੁਣ ਫੇਮਾਈਨ ਕੇਅਰ ਹੈ ਜੀ, ਤੁਸੀਂ ਇਹ ਦੇਖੋ ਇਹਦੇ ਉੱਪਰ ਵੀ QR ਕੋਡ ਲੱਗਿਆ ਹੋਏਗਾ। ਇਹ ਅੱਜ ਕੱਲ੍ਹ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਉਹ ਚੀਜ਼ ਨਹੀਂ ਹੈ, ਪੇਸ਼ੈਂਟ ਜਾਣਨਾ ਵੀ ਚਾਹੁੰਦਾ, ਅਸੀਂ ਦੱਸਣਾ ਵੀ ਚਾਹੁੰਦੇ ਹਾਂ ਪੇਸ਼ੈਂਟ ਵੀ ਇਹ ਮੈਡੀਸਨ ਦੇ ਵਿੱਚ ਕੀ ਹੈਗਾ ਜੀ। ਇਹ ਸਾਰਿਆਂ ਨੂੰ ਸਾਡਾ ਤੰਬਾਕੂ ਵਾਲਾ ਸਕਿਨ ਵਾਸਤੇ, ਇਹ ਬ੍ਰੇਨ ਰਿਲੈਕਸੈਂਟ ਹੈ, ਜਿੰਨੇ ਸਟ੍ਰੈਸ ਦੇ ਪੇਸ਼ੈਂਟ ਨੇ ਅਸੀਂ ਉਹਨਾਂ ਨੂੰ ਠੀਕ ਕਰ ਦਿਆਂਗੇ। ਔਰ ਤੁਸੀਂ ਨਾਮ ਵੀ ਕੁਝ ਇਸ ਤਰੀਕੇ ਦੇ ਨਾਲ ਰੱਖੇ ਨੇ ਕਿ ਜਿਹੜੀ ਪ੍ਰੋਬਲਮ ਨਾਲ ਸੰਬੰਧਿਤ ਹੈ ਉਹੀ ਨਾਮ ਹੈ, ਤਾਂ ਸਮਝਣਾ ਈਜ਼ੀ ਹੈ। ਇਹ ਹੋਰ ਵੀ ਜ਼ਰੂਰੀ ਹੈ ਜੀ, ਕਿਉਂਕਿ ਜੀ ਦੇਖੋ ਸਾਡੀਆਂ ਕੇਰਲਾ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਗੁਜਰਾਤ 'ਚ, UP 'ਚ, ਫਿਰ ਕੈਨੇਡਾ, ਨਿਊਜ਼ੀਲੈਂਡ, ਆਕਲੈਂਡ, ਕਿੱਥੇ ਕਿੱਥੇ ਦਵਾਈਆਂ ਜਾਂਦੀਆਂ ਨੇ। ਅਤੇ ਕਈ ਜਗ੍ਹਾ ਨਾ ਜੀ ਉਹਨਾਂ ਨੂੰ ਮੈਡੀਸਨ ਸਮਝ ਨਹੀਂ ਆਉਂਦੀਆਂ, ਤਾਂ ਅਸੀਂ ਨਾਮ ਇਸ ਤਰ੍ਹਾਂ ਦੇ ਰੱਖੇ ਹੋਏ ਨੇ ਕਿ ਆਮ ਇੱਕ ਪੇਸ਼ੈਂਟ ਨੂੰ, ਚਾਹੇ ਉਹ ਕਿਸੇ ਵੀ ਕੰਟਰੀ 'ਚ ਰਹਿੰਦਾ ਹੋਵੇ, ਕਿਸੇ ਵੀ ਕੰਟਰੀ 'ਚ ਰਹਿੰਦਾ ਹੋਵੇ, ਉਹਨੂੰ ਨਾਮ ਤੋਂ ਪਤਾ ਲੱਗ ਜਾਏਗਾ ਵੀ ਇਹ ਮੈਂ ਮੈਡੀਸਨ ਕਾਹਦੀ ਖਾ ਰਿਹਾ। ਇਸ ਲਈ ਅਸੀਂ ਇਹ ਨਾਮ ਇਹੋ ਜਿਹੇ ਰੱਖੇ ਹੋਏ ਨੇ। ਉਹਦੇ ਵਿੱਚ ਕਫਾ ਬੈਲੈਂਸ ਹੈ, ਇਹ ਵਾਤਾ ਬੈਲੈਂਸ ਹੈ, ਵਾਯੂ ਨੂੰ ਬੈਲੈਂਸ ਕਰਨ ਵਾਸਤੇ, ਠੀਕ ਹੈ ਜੀ। ਇਸ ਤਰ੍ਹਾਂ ਕਫਾ ਬੈਲੈਂਸ ਹੈ, ਇਹ ਸਾਰੇ ਨਰਵਸ ਸਿਸਟਮ ਨੂੰ ਸਟਰੋਂਗ ਕਰਨ ਵਾਸਤੇ ਹੈ। ਕਫਾ ਬੈਲੈਂਸ, ਹਾਂ ਇਹ ਕਫਾ ਬੈਲੈਂਸ ਹੈ, ਦੇਖੋ ਕੋਈ ਇਹ ਕਫ ਨੂੰ ਬੈਲੈਂਸ ਕਰਨ ਵਾਸਤੇ ਹੈ। ਸੋ ਇਹ ਜਿਹੜੀਆਂ ਸਾਰੀਆਂ ਮੈਡੀਸਨ ਨੇ ਜੀ, ਇਸ ਤਰ੍ਹਾਂ ਹੁਣ ਮੈਂ ਸ਼ੀਤ ਧਾਰਾ ਦੀ ਗੱਲ ਕਰ ਰਿਹਾ ਸੀ, ਇਹਦੇ ਵਰਗਾ ਐਂਟਾਸਿਡ ਕੋਈ ਨਹੀਂ ਹੈ। 3 ਚੀਜ਼ਾਂ ਨੇਗੀਆਂ ਔਰ ਜਿੰਨਾ ਮਰਜ਼ੀ ਇੰਡਾਈਜੈਸ਼ਨ ਹੋਈ ਹੋਵੇ, ਟੌਕਸਿਕ ਬਣੇ ਹੋਣ, ਇਹਦਾ ਅੱਧਾ ਚਮਚ ਅੰਦਰ ਗਿਆ ਨਹੀਂ, ਇੰਸਟੈਂਟਲੀ ਮਿਲਦਾ। ਓਕੇ, ਇਹ ਇੰਨਾ ਅੱਛਾ ਐਂਟਾਸਿਡ ਹੈਗਾ। ਇਕੱਲਾ ਐਂਟਾਸਿਡ ਨਹੀਂ, ਇੰਡਾਈਜੈਸ਼ਨ, ਐਸਿਡਿਟੀ ਹੈ ਜੀ, ਔਰ ਫੈਟੀ ਲਿਵਰ, ਹਰੇਕ ਦੇ ਵਿੱਚ ਇਹ ਬਹੁਤ ਇਫੈਕਟਿਵ ਹੈਗਾ ਜੀ। ਅਤੇ ਇਸ ਤਰ੍ਹਾਂ ਸਾਡੀਆਂ ਹੁਣ ਇਹ ਦੇਖੋ, ਇਹ ਬਿਊਟੀ ਪ੍ਰੋਡਕਟ ਬਣਾਏ ਨੇ ਸਾਡੇ, ਇਹ ਸਾਡੇ ਬੱਚਿਆਂ ਦਾ ਕਮਾਲ ਹੈਗਾ ਹੈ ਜੀ। ਅਤੇ ਇਹ ਲੈਵੈਂਡਰ ਹੈ, ਕਈ ਤਰ੍ਹਾਂ ਦੇ ਬਣਾਏ ਨੇਗੇ। ਬੋਡੀ ਵਾਸ਼ ਨੇ ਜਿਹੜੇ, ਸਿਰਮ ਬਣੇ ਨੇਗੇ ਸਾਡੇ ਸਕਿਨ ਦੇ ਵਾਸਤੇ, ਐਕਨੇ ਹੁੰਦਾ ਲੜਕੀਆਂ ਨੂੰ, ਉਹਨਾਂ ਨੂੰ ਸਿਰਮ ਬਣਾ ਕੇ ਦਿੱਤਾ, ਕਰੀਮਸ ਬਣਾਈਆਂ ਹੋਈਆਂ ਨੇਗੀਆਂ। ਮਤਲਬ ਕਿ ਹਰੇਕ ਤਰ੍ਹਾਂ ਦਾ ਜਿਹੜਾ ਪ੍ਰੋਡਕਟ ਅਸੀਂ ਅੱਛਾ ਸਮਝਦੇ ਹਾਂ, ਇਫੈਕਟਿਵ ਸਮਝਦੇ ਹਾਂ, ਜਿਹਦਾ ਸਾਡੇ ਕੋਲ ਬਕਾਇਦਾ ਵਿਧੀ ਬਣਾਉਣ ਦੀ ਵਿਧੀ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਹਰੇਕ ਬਣਾਇਆ ਜਾਵੇ ਜੀ, ਹਾਂਜੀ। ਅਤੇ ਹੋਰ ਇਹ ਸਾਡੀ ਸਾਰੀ, ਹੁਣ ਦੇਖੋ ਮੈਂ ਸਿਰਮ ਦੀ ਗੱਲ ਕਰ ਰਿਹਾ ਸੀਗਾ ਜੀ। ਇਹ ਸਿਰਮ ਜਿਹੜਾ ਹੈ ਜੀ, ਵਿਟਾਮਿਨ C, ਓਕੇ, ਰੋਜ਼,
ਇਹ ਇਸ ਲਈ ਬਣਾਏ ਨੇ ਕਿ ਡਿਫਰੈਂਟ ਤਾਂ ਕਿ ਜੇ ਮੰਨ ਲਓ ਕਿਸੇ ਦੇ ਅੱਖਾਂ ਦੇ ਨੀਚੇ ਕੋਈ ਦਾਇਰਾ ਹੈਗਾ, ਕੋਈ ਕਾਲਾਪਣ ਆ ਗਿਆ ਹੈਗਾ ਜਾਂ ਕੋਈ ਐਕਨੇ ਹੋ ਰਿਹਾ ਹੈਗਾ, ਇਹ ਉਹਦੇ ਵਾਸਤੇ ਬਹੁਤ ਹੀ ਇਫੈਕਟਿਵ ਨੇ। ਠੀਕ ਹੈ। ਆਹ ਹੁਣ ਤਾਂ ਮੈਂ ਤੁਹਾਨੂੰ ਪੰਚਕਰਮਾ ਦਾ ਰੂਮ ਵੀ ਦਿਖਾਉਣਾ। ਆਪਾਂ ਪੰਚਕਰਮਾ ਵਿਧੀ ਦੀ ਗੱਲ ਕਰਦੇ ਹੁੰਦੇ ਆ। ਇਹ ਪੰਚਕਰਮਾ ਦਾ ਸਾਡਾ ਇੱਕ ਰੂਮ ਹੈਗਾ ਜੀ। ਜਿੰਨੇ ਵੀ ਵਿਧੀਵਤ ਅਸੀਂ ਬਸਤੀ ਦੇਣੀ ਹੈ, ਸ਼ਿਰੋਧਾਰਾ ਦੇਣਾ ਹੈਗਾ, ਜਾਂ ਜਿੰਨੇ ਵੀ ਹੋਰ ਅਸੀਂ ਕੋਈ ਪ੍ਰੋਸੀਜਰ ਕਰਾਉਣਾ ਹੈਗਾ, ਇਹ ਸਾਡਾ ਪੰਚਕਰਮਾ। ਦੇਖੋ ਇਹ ਬੜੀ ਸਪੈਸ਼ਲ ਲੱਕੜ ਦੇ ਜਿਹੜੇ ਟੇਬਲ ਬਣਦੇ ਨੇਗੇ, ਇਹ ਸਟੀਮ ਬਾਥ ਵਾਸਤੇ ਬੜਾ ਉਹਦੇ ਬਣਦੇ ਨੇਗੇ। ਹੁਣ ਜਿਹੜੇ ਆਇਲ ਯੂਜ਼ ਹੁੰਦੇ, ਦੇਖੋ ਇਹ ਸਾਰੇ ਅਸੀਂ ਆਪ ਤੇ ਆਇਲ ਤਿਆਰ ਕਰਦੇ ਹੈਗੇ। ਕਿੰਨਾ ਟੈਂਪਰੇਚਰ ਰੱਖਣਾ ਹੈਗਾ, AC ਤੋਂ ਲੈ ਕੇ ਹੀਟ ਤੋਂ ਲੈ ਕੇ, ਔਰ ਹਾਈਜੀਨ ਦਾ ਸਭ ਤੋਂ ਜ਼ਿਆਦਾ ਅਸੀਂ ਧਿਆਨ ਰੱਖਦੇ ਹਾਂ ਜੀ। ਅਸੀਂ ਪੇਸ਼ੈਂਟ ਜੋ ਲੱਖਾਂ ਰੁਪਏ ਖਰਚ ਕਰਕੇ ਸਾਊਥ ਵਿੱਚ ਜਾਂਦੇ ਨੇ ਜੀ, ਅਸੀਂ ਕੋਸ਼ਿਸ਼ ਇਹ ਕੀਤੀ ਹੋਈ ਹੈ ਉਸ ਤੋਂ ਵੀ ਵਧੀਆ ਫੈਸਿਲਿਟੀ ਜਿਹੜੀ ਹੈ ਉਹ ਇੱਥੇ ਅਸੀਂ ਦਿੱਤੀ ਜਾਵੇ। ਇਹ ਸਾਡੇ ਥੈਰੇਪਿਸਟ ਨੇਗੇ ਲੇਡੀਜ਼ ਦੇ। ਹੁਣ ਸਾਡੇ ਇਹ ਪ੍ਰਿਵਿਲੇਜ ਬ੍ਰਾਂਚ ਹੈ, ਇੱਥੇ ਅਸੀਂ ਫੁੱਟਫਾਲ ਘੱਟ ਰੱਖਦੇ ਹਾਂ। ਕਈ ਪੇਸ਼ੈਂਟ ਦੀ ਇਹ ਡਿਮਾਂਡ ਹੁੰਦੀ ਸੀ ਵੀ ਉੱਥੇ ਆਈਸੋਲੇਸ਼ਨ ਜਾਂ ਸਾਨੂੰ ਗੱਲ ਧਿਆਨ ਨਾਲ ਸੁਣੋ ਵੈਦ ਜੀ, ਉਹਦੇ ਸਾਡੀ ਦੂਸਰੀ 'ਤੇ ਜ਼ਿਆਦਾ ਰਸ਼ ਹੁੰਦਾ ਹੈਗਾ, ਅਸੀਂ 3 ਮਿੰਟ 4 ਮਿੰਟ ਤੋਂ ਬਾਅਦ ਇੱਕ ਪੇਸ਼ੈਂਟ ਨੂੰ ਨਹੀਂ ਦੇ ਸਕਦੇ। ਅਤੇ ਇਹਨੂੰ ਅਸੀਂ ਪ੍ਰਿਵਿਲੇਜ ਬ੍ਰਾਂਚ ਇਸ ਲਈ ਰੱਖਿਆ ਹੈਗਾ ਤਾਂ ਕਿ ਪੇਸ਼ੈਂਟ ਨੂੰ ਅਸੀਂ ਖੁੱਲ੍ਹ ਕੇ ਸੁਣ ਵੀ ਸਕੀਏ, ਆਪਦੀ ਗੱਲ ਦੱਸ ਵੀ ਸਕੇ। ਲਾਈਕ ਜੇ ਆਟੋਇਮਿਊਨ ਡਿਜ਼ੀਜ਼ ਦਾ ਕੋਈ ਪੇਸ਼ੈਂਟ ਹੈ, ਉਹਨੂੰ ਘੱਟੋ ਘੱਟ ਅੱਧਾ ਘੰਟਾ ਚਾਹੀਦਾ ਹੈਗਾ ਡਾਇਗਨੋਸ ਕਰਨ ਵਾਸਤੇ ਵੀ, ਉਹਦੀ ਗੱਲ ਨੂੰ ਪੂਰਾ ਸੁਣਨ ਵਾਸਤੇ ਵੀ। ਅਤੇ ਇਹ ਤਾਂ ਹੀ ਅਸੀਂ ਇਹ ਪ੍ਰਿਵਿਲੇਜ ਬ੍ਰਾਂਚ ਬਣਾਈ ਹੈ। ਹੁਣ ਦੇਖੋ ਜਿਵੇਂ ਇਹ ਸਾਡੀ ਐਂਟਰੀ ਹੈਗੀ ਹੈ ਨਾ, ਅਤੇ ਜਿਵੇਂ ਤੁਹਾਨੂੰ ਦੱਸਿਆ ਵੀ ਸਾਡੀ ਇਹ ਪ੍ਰਿਵਿਲੇਜ ਬ੍ਰਾਂਚ ਹੈ, ਅਸੀਂ ਇੱਥੇ ਫੁੱਟਫਾਲ ਬਹੁਤ ਜ਼ਿਆਦਾ ਰਿਸਟ੍ਰਿਕਟਡ ਰੱਖਦੇ ਆਂਗੇ, ਇਸੇ ਲਈ ਕਿ ਜਿਹੜੇ ਕਰੋਨਿਕ ਪੇਸ਼ੈਂਟ ਨੇ ਉਹਨਾਂ ਨੂੰ ਧਿਆਨ ਨਾਲ ਸੁਣ ਸਕੀਏ। ਉੱਥੇ ਦੂਸਰੇ ਸਾਡੀ ਬ੍ਰਾਂਚ 'ਤੇ ਥੋੜ੍ਹਾ ਜ਼ਿਆਦਾ ਰਸ਼ ਹੁੰਦਾ, ਜ਼ਿਆਦਾ ਗੱਲ ਪੇਸ਼ੈਂਟ ਨਾਲ ਨਹੀਂ ਹੋ ਹੁੰਦੀ। ਹੁਣ ਜਿਹੜਾ ਸਭ ਤੋਂ ਪਹਿਲਾਂ ਪੇਸ਼ੈਂਟ ਇੱਥੇ ਆਉਂਦਾ ਹੈਗਾ, ਇਹ ਰਿਸੈਪਸ਼ਨ ਹੈ, ਇਹ ਡਾਕਟਰ ਦੀਕਸ਼ਾ ਨੇਗੇ। ਇਹ ਪਹਿਲਾਂ ਇੱਥੇ ਪੇਸ਼ੈਂਟ ਦੀ ਹਿਸਟਰੀ ਲਈ ਜਾਂਦੀ ਹੈਗੀ, ਔਰ ਉਸ ਤੋਂ ਬਾਅਦ ਰਿਸੈਪਸ਼ਨ ਤੋਂ ਬਾਅਦ ਅੱਗੇ ਪੇਸ਼ੈਂਟ ਮੇਰੇ ਕੋਲ ਆਉਂਦਾ ਹੈਗਾ। ਠੀਕ ਹੈ। ਇੱਥੇ ਇੱਕ ਤਰ੍ਹਾਂ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਹੈਗੀ, ਕਿਉਂਕਿ ਇਹ ਰਜਿਸਟ੍ਰੇਸ਼ਨ ਇਸ ਲਈ ਜ਼ਰੂਰੀ ਹੈ ਵੀ ਮੰਨ ਲਓ 6 ਮਹੀਨੇ ਬਾਅਦ 4 ਮਹੀਨੇ ਬਾਅਦ ਸਾਡੇ ਕੋਲ ਪੇਸ਼ੈਂਟ ਆਉਂਦਾ ਹੈਗਾ, ਤਾਂ ਉਹਦੇ ਕੋਲ ਸਲਿੱਪ ਵੀ ਨਹੀਂ ਹੈ ਜਾਂ ਉਹਦਾ ਕੋਈ ਗੁੰਮ ਜਾਂਦਾ ਹੈਗਾ, ਤਾਂ ਸਾਡੇ ਕੋਲ ਉਹਦਾ ਪੂਰਾ ਰਿਕਾਰਡ ਰਹਿੰਦਾ ਹੈਗਾ। ਕੀ ਬਾਤ। ਤਾਂ ਕਿ ਉਹ ਜੇ ਕੋਈ ਬਾਹਰੋਂ ਆਇਆ, ਕੈਨੇਡਾ ਤੋਂ ਆਇਆ, ਆਸਟ੍ਰੇਲੀਆ ਤੋਂ ਆਇਆ, ਉਹ ਸਾਨੂੰ ਉੱਥੋਂ ਵੀ ਕਾਲ ਕਰਦਾ, ਅਸੀਂ ਉਹਦੇ ਫ਼ੋਨ ਨੰਬਰ ਤੋਂ ਜਾਂ ਉਹਦੇ ਨਾਮ ਤੋਂ ਉਹਦੀ ਜਿਹੜੀ ਪ੍ਰਸਕ੍ਰਿਪਸ਼ਨ ਹੈ ਉਹ ਕੱਢ ਲੈਂਦੇ ਹੈਗੇ। ਸੋ ਵੈਦ ਸਾਹਿਬ, ਇੱਕ ਇੱਦਾਂ ਦਾ ਫਰੈਂਡਲੀ ਇਨਵਾਇਰਮੈਂਟ ਔਰ ਕੰਫਰਟੇਬਲ ਇਨਵਾਇਰਮੈਂਟ ਜਿਹੜਾ ਹੈ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਕਿ ਕੋਈ ਵੀ ਆਏਗਾ ਤਾਂ ਉਸਨੂੰ ਕੋਈ ਦਿੱਕਤ ਪਰੇਸ਼ਾਨੀ ਜਿਹੜੀ ਹੈ ਬਿਲਕੁਲ ਨਹੀਂ ਹੋਏਗੀ। ਸੋ ਦਰਸ਼ਕ ਦੇਖ ਰਹੇ ਨੇ, ਅੰਤ ਦੇ ਵਿੱਚ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹਾਂਗਾ ਵੀ ਤੁਸੀਂ ਆਪਣੀ ਸਿਹਤ ਲਈ ਇੰਨੇ ਕੁ ਅਵੇਅਰ ਜ਼ਰੂਰ ਰਹੋ। ਜਿਹੜੀਆਂ ਡਿਜ਼ੀਜ਼, ਜਿਹੜੀਆਂ ਕੰਪਲੀਕੇਸ਼ਨ ਦਾ ਕਿਤੇ ਹੋਰ ਪੈਥੀ 'ਚ ਟਰੀਟਮੈਂਟ ਨਹੀਂ ਹੈ, ਤਾਂ ਉਹਨਾਂ ਨੂੰ ਟਰਾਈ ਕਰਕੇ ਤੁਸੀਂ ਆਪਣੀ ਬਾਡੀ ਨੂੰ ਹੋਰ ਖਰਾਬ ਨਾ ਕਰੋ। ਜਿਹੜੇ ਅੱਜ ਬਹੁਤ ਸਿਆਣੇ ਡਾਕਟਰ ਨੇਗੇ, ਚਾਹੇ ਉਹ ਕਿਸੇ ਪੈਥੀ ਨਾਲ ਵੀ ਨੇ, ਉਹ ਆਪ ਖੁਦ ਗਾਈਡ ਕਰ ਦਿੰਦੇ ਨੇ ਵੀ ਆਟੋਇਮਿਊਨ ਡਿਜ਼ੀਜ਼ ਜਾਂ ਜਿੰਨੀਆਂ ਕਰੋਨਿਕ ਪ੍ਰੋਬਲਮ ਨੇਗੀਆਂ, ਚਾਹੇ ਉਹ ਆਰਥਰਾਈਟਿਸ ਹੈ, ਗਾਊਟ ਹੈ, ਅਸਥਮਾ ਹੈ, ਉਹਨਾਂ ਦਾ ਕਿਸੇ ਪੈਥੀ 'ਚ ਕੋਈ ਇਲਾਜ ਨਹੀਂ ਹੈ। ਉਹਨਾਂ ਦਾ ਇਲਾਜ ਸਿਰਫ ਆਯੁਰਵੇਦ ਵਿੱਚ ਹੈ, ਕਿਉਂਕਿ ਆਯੁਰਵੇਦ ਹੀ ਇੱਕ ਇਸ ਤਰ੍ਹਾਂ ਦੀ ਕੰਪਲੀਟ ਸਾਇੰਸ ਹੈ ਜਿਹਦੇ ਵਿੱਚ ਕਾਇਆ ਬਾਰੇ ਬਹੁਤ ਅੱਛੀ ਤਰ੍ਹਾਂ ਡਿਫਾਈਨ ਕੀਤਾ ਹੋਇਆ। ਮੈਂ ਇਹੀ ਕਹਿਣਾ ਚਾਹਾਂਗਾ, ਜਿੰਨਾ ਨੇਚਰ ਦੇ ਨੇੜੇ ਰਹੋਗੇ ਉਹਨਾਂ ਸਿਹਤਯਾਬ ਰਹੋਗੇ। ਜਿੰਨਾ ਤੁਸੀਂ ਜ਼ਿਆਦਾ ਆਪਦੀ ਜਿਹੜੇ ਕਹਿੰਦੇ ਵੀ ਸਕੈਨਿੰਗ ਕਰਾ ਕੇ ਜਾਂ ਅਲਟਰਾਸਾਊਂਡ ਕਰਾ ਕੇ ਆਪਣੀ ਬਾਡੀ ਦੇ ਰੇਜ਼ ਪਾਓਗੇ, ਉਹਨਾਂ ਹੀ ਆਪਣੇ ਨੂੰ ਖਰਾਬ ਕਰ ਲਓਗੇ। ਬਹੁਤ ਬਹੁਤ ਧੰਨਵਾਦ ਵੈਦ ਸਾਹਿਬ ਸਾਡੇ ਨਾਲ ਗੱਲ ਕਰਨ ਲਈ। ਸੋ ਦਰਸ਼ਕਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਆਯੁਰਵੇਦ ਨੂੰ ਅਪਣਾਓ ਅਤੇ ਇੱਕ ਚੰਗੀ ਹੈਲਦੀ ਲਾਈਫ ਜੀਓ। ਔਰ ਇਸ ਦੇ ਨਾਲ ਹੀ ਨਾਲ ਤੁਹਾਡੇ ਤੋਂ ਇਜਾਜ਼ਤ ਲਵਾਂਗੇ, ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ। ਆਪਣਾ ਤੇ ਆਪਣੇ ਦਾ ਖਿਆਲ ਰੱਖੋ।